विपल वस्त्र केते है पहरे, क्या बन मध्य बासा। कहा भया नर देवा धोखे, क्या जल बोरियो ज्ञाता। जी रे जाहेगा मैं जाना, अवगत समझ याना। जात जात देखों, बहुर ना पेखों। संग माया लपटाना, रहाओ। ज्ञानी ध्यानी बहु उपदेशी, एह जग सगलो धंधा। कह कबीर एक राम नाम बिन, या जग माया अंधा। ज्ञानी ध्यानी बहु उपदेसी, एह जग सगलो धंधा। कह कबीर एक राम नाम बिन, या जग माया अंधा। सो वाहेगुरु जी का खालसा, वाहेगुरु जी की फतेह। सो परम सन्मानयोग जुगो जुग अटल चवर छतर ਅਤੇ ਸਿੰਘਾਸਨ ਦੇ ਮਾਲਕ, ਬਾਣੀ ਕੇ ਬੋਹੇ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਦੀ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ, ਗੁਰਦੁਆਰਾ ਦਮਦਮਾ ਸਾਹਿਬ, ਪਾਤਸ਼ਾਹੀ ਪਹਿਲੀ, ਪਾਤਸ਼ਾਹੀ ਛੇਵੀਂ ਮਹਾਨ ਪਵਿੱਤਰ ਇਤਿਹਾਸਕ ਅਸਥਾਨ 'ਤੇ ਬਿਰਾਜਮਾਨ ਯਾਤਰਾ ਕਰ ਰਹੀ ਬਹੁਤ ਹੀ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ ਉਦਮੀ ਬਣਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਪਹੁੰਚ ਕੇ ਆਪ ਜੀ ਨੇ ਗੁਰੂ ਸਵਾਰਿਆਂ ਤੋਂ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ ਜੀ। ਸੋ ਗੁਰਦੇਵ ਕਿਰਪਾ ਕਰਨ, ਆਪ ਸਾਰੀਆਂ ਸੰਗਤਾਂ ਦੀ ਹਾਜ਼ਰੀ, ਤਿਲ ਫੁੱਲ ਸੇਵਾ ਭੇਟਾ ਆਪਣੇ ਦਰ ਪ੍ਰਵਾਨ ਕਰ ਸਭਨਾਂ ਦੀਆਂ ਸ਼ੁਭ ਮਨੋਭਾਵਨਾਵਾਂ ਹਜ਼ੂਰ ਪੂਰੀਆਂ ਕਰਨ। ਜੋ ਹਜ਼ੂਰ ਦੇ ਦਰ 'ਤੇ ਆਵੇ ਸੋ ਰਾਜੀ ਜਾਵੇ, ਸੁਖ ਹੋਵੇ ਪਾਈ। ਸੋ ਉਪਰੰਤ ਆਪ ਜੀ ਨੇ ਹੁਣੇ ਦਾਸ ਪਾਸੋਂ ਜੋ ਇੱਕ ਪਵਿੱਤਰ ਸ਼ਬਦ ਸਰਵਣ ਕੀਤਾ ਹੈ, ਗੁਰੂ ਸਵਾਰੀ ਸਾਧ ਸੰਗਤ ਜੀ, ਇਹ ਪਵਿੱਤਰ ਸ਼ਬਦ ਭਗਤ ਕਬੀਰ ਸਾਹਿਬ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਗੌੜੀ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 338 ਤੇ ਦਰਜ ਹੈ। ਸੋ ਆਓ ਅੱਜ ਦੇ ਇਸ ਪਵਿੱਤਰ ਵਿਚਾਰਧੀਨ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਸਾਂਝਾ ਉਪਦੇਸ਼ ਕੀ ਬਖਸ਼ਿਸ਼ ਕੀਤਾ ਹੈ। ਆਪਾਂ ਸਾਰੇ ਰਲ ਮਿਲ ਕੇ
ਸ਼ਬਦ ਨਾਲ ਸੁਰਤ ਜੋੜ ਕੇ ਇਹਨਾਂ ਪਾਵਨ ਬਚਨਾਂ ਨੂੰ ਸਮਝਣ ਸਮਝਾਉਣ ਦਾ ਯਤਨ ਕਰੀਏ। ਸੋ ਸਾਧ ਸੰਗਤ ਮਨ ਦੀ ਇਕਾਗਰਤਾ ਅਤੇ ਰਸਨਾ ਦੀ ਪਵਿੱਤਰਤਾ ਵਾਸਤੇ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਖੇਚਲ ਕਿਰਪਾ ਕਰੋ। ਪਿਆਰ ਨਾਲ ਸਾਰੇ ਆਖੋ ਜੀ, ਸਤਨਾਮ ਸ੍ਰੀ। ਫਿਰ ਆਖੋ ਜੀ, ਸਤਨਾਮ ਸ੍ਰੀ। ਸੋ ਗੁਰੂ ਸਵਾਰੀ ਸਾਧ ਸੰਗਤ, ਅੱਜ ਦਾ ਸਿਰਲੇਖ ਵੀ ਥੋੜ੍ਹਾ ਸਮਝਣ ਵਾਲਾ ਹੈ। ਸ਼ੀਰਸ਼ਕ ਹੈ ਜੋ ਗੌੜੀ ਪੂਰਬੀ, ਔਰ ਅੱਗੇ ਜੋ ਹਿੰਦਸੇ ਦਾ 12 ਲਿਖਿਆ ਹੈ, ਇਸ ਨੂੰ 12ਵਾਂ ਪੜ੍ਹਨਾ ਹੈ। ਯਾਨੀ ਗੱਲ ਸਮਝਣ ਵਾਸਤੇ ਇੰਜ ਅਰਜ਼ ਕਰਾਂ ਵੀ ਗੌੜੀ ਪੂਰਬੀ ਘਰ 12ਵਾਂ। ਤੋ ਭਾਵੇਂ ਘਰ ਨਹੀਂ ਵਿੱਚ ਉਚਾਰਨ ਕਰਨਾ, ਪਰ ਇਹਨੂੰ 12 ਨਹੀਂ ਪੜ੍ਹਨਾ, ਇਹਨੂੰ 12ਵਾਂ ਕਹਿਣਾ ਹੈ। ਹੁਣ ਦਰਗਾਹੀ ਬੋਲ ਥੋੜ੍ਹੇ ਮਹਿੰਗੇ ਨੇ, ਇਸ ਲਈ ਮੈਂ ਆਪ ਜੀ ਨੂੰ ਸਾਵਧਾਨ ਕਰਦਿਆਂ ਥੋੜ੍ਹਾ ਜਿਹਾ ਉਚੇਚਾ ਜ਼ੋਰ ਜਦੋਂ ਦਿਆਂਗੇ ਸੁਰ 'ਤੇ ਗੱਲ ਜ਼ਰੂਰ ਸਮਝ ਵਿੱਚ ਆਵੇਗੀ। ਭਗਤ ਕਬੀਰ ਸਾਹਿਬ ਜੀ ਫਰਮਾਨ ਕਰ ਰਹੇ ਹਨ, ਸਾਧ ਸੰਗਤ, ਵਿਪਲ ਬਸਤਰ ਕੇਤੇ ਹੈ ਪਹਿਰੇ। ਕੁਝ ਲੋਕ ਧਾਰਮਿਕ ਦੁਨੀਆ ਵਿੱਚ ਕੀ ਕਰਦੇ ਨੇ ਬਈ ਖੁੱਲ੍ਹੇ ਖੁੱਲ੍ਹੇ ਕੱਪੜੇ, ਲੰਬੇ ਲੰਬੇ ਕੱਪੜੇ, ਚੋਲੇ। ਵਿਪਲ ਦੇ ਅਰਥ ਨੇ ਲੰਬੇ ਚੌੜੇ, ਅੱਖਰੀ ਅਰਥ ਜੇ ਵਿਪਲ ਦੇ ਕੱਢੋਗੇ ਤੇ ਲੰਬੇ ਚੌੜੇ। ਆਪ ਜੀ ਨੇ ਦੇਖਿਆ ਨਾ ਵੀ ਆਮ ਤੌਰ 'ਤੇ ਲੰਬੇ ਚੌੜੇ ਬਸਤਰ, ਇਸ ਤਰ੍ਹਾਂ ਦਾ ਵਿਖਾਵਾ। ਤੋ ਕੱਪੜੇ ਧਾਰਮਿਕ ਪਾਣੇ ਬੁਰੀ ਗੱਲ ਨਹੀਂ। ਦਰਅਸਲ ਕਬੀਰ ਸਾਹਿਬ ਦੇ ਕਹਿਣ ਤੋਂ ਮੁਰਾਦ ਇਹ ਹੈ ਕਿ ਅੰਦਰ ਧਰਮ ਨਹੀਂ, ਪਰ ਲਿਬਾਸ ਧਰਮ ਵਾਲਾ। ਧਰਮ ਅੰਦਰ ਹੋਵੇ ਤੇ ਲਿਬਾਸ ਵੀ ਸ਼ੋਭਾ ਪਾਉਂਦਾ ਹੈ। ਮਨੁੱਖ ਭਰਤੀ ਹੋਇਆ ਹੋਵੇ ਪੁਲਿਸ ਵਿੱਚ ਤੇ ਫਿਰ ਉਹ ਟ੍ਰੇਨਿੰਗ ਲੈ ਕੇ ਬਾਕਾਇਦਾ ਮੈਂਬਰ ਹੋਵੇ ਕਿਸੇ ਪੁਲਿਸ ਫੋਰਸ ਦਾ, ਤੇ ਉਹ ਡਰੈਸ ਪਾਏ ਤੇ ਮੁਬਾਰਕ ਹੈ। ਪਰ ਕੋਈ ਵਿਅਕਤੀ ਭਰਤੀ ਹੋਇਆ ਹੀ ਨਹੀਂ ਤੇ ਉਹ ਪੁਲਿਸ ਦੀ ਵਰਦੀ ਪਾਈ ਫਿਰੇ, ਤੇ ਫਿਰ ਜੇ ਪਕੜਿਆ ਜਾਏ ਤੇ ਉਸ ਦਾ ਹਸ਼ਰ ਕੀ ਹੁੰਦਾ ਹੈ, ਆਪ ਸਾਰਿਆਂ ਨੂੰ ਪਤਾ ਹੀ ਹੈ। ਤੋ ਇਸੇ ਪ੍ਰਕਾਰ ਧਰਮ ਦੀ ਦੁਨੀਆ ਵਿੱਚ ਵੀ ਮਨੁੱਖ ਧਾਰਮਿਕ ਲਿਬਾਸ ਪਾਵੇ, ਜੰਮ ਕੇ ਪਾਵੇ, ਪਰ ਜਿਸ ਤਰ੍ਹਾਂ ਉਹਦੇ ਬਾਹਰੋਂ ਧਰਮ ਪ੍ਰਗਟ ਹੋ ਰਿਹਾ ਹੈ, ਉਸ ਤਰ੍ਹਾਂ ਅੰਦਰੋਂ ਵੀ ਧਰਮ ਪ੍ਰਗਟ ਹੋਵੇ। ਇਹਨੂੰ ਥੋੜ੍ਹਾ ਜਿਹਾ ਸੌਖੇ ਢੰਗ ਨਾਲ ਸਮਝ ਲਈਏ। ਗੁਰਮਤਿ ਨੇ ਸਾਨੂੰ ਅੰਦਰੋਂ ਬਾਹਰੋਂ ਇੱਕ ਹੋਣ ਦਾ ਉਪਦੇਸ਼ ਦਿੱਤਾ। ਐਸਾ ਨਹੀਂ ਬਈ ਮਨ ਵਿੱਚ ਕੁਝ ਹੋਰ ਤੇ ਮੂੰਹ ਵਿੱਚ ਕੁਝ ਹੋਰ। ਉਹਨਾਂ ਨੂੰ ਫਿਰ ਕੱਚੇ ਕਿਹਾ ਔਰ ਫਰਮਾਨ ਕੀਤਾ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ, ਜਿਨਾ ਨਾਮ ਤੇ ਭੋਏ ਭਾਰ ਥੀਏ। ਹੁਣ ਅੰਦਰੋਂ ਬਾਹਰੋਂ ਇੱਕ ਵਾਲੀ ਗੱਲ ਨੂੰ ਥੋੜ੍ਹਾ ਸਮਝ ਲਓ। ਵਿਪਲ ਬਸਤਰ ਕੇਤੇ ਹੈ ਪਹਿਰੇ। ਕਈ ਬੜੇ ਲੰਬੇ ਚੌੜੇ ਕੱਪੜੇ ਪਾ ਲੈਂਦੇ। ਭਗਤ ਕਬੀਰ ਸਾਹਿਬ ਕਹਿੰਦੇ ਮੈਂ ਤੇ ਸਿਰਫ ਇਹਨੂੰ ਐਕਸਪਲੇਨ ਕਰ ਰਿਹਾ, ਔਰ ਜਿਹੜੇ ਉਹਨਾਂ ਦੇ ਬਚਨ ਨੇ ਉਹਨਾਂ ਨਾਲ ਮਿਲਦੀਆਂ ਜੁਲਦੀਆਂ ਐਗਜ਼ੈਂਪਲ 'ਚ ਉਦਾਹਰਨਾਂ ਦੇ ਕੇ ਮੈਂ ਆਪ ਜੀ ਦੇ ਸਾਹਮਣੇ ਰੱਖ ਦੇਣੀਆਂ ਨੇ ਆਪਣੇ ਕੋਲੋਂ। ਇਹ ਮੈਂ ਅਰਜ਼ ਕਰਾਂ ਥੋੜ੍ਹਾ ਜਿਹਾ ਡੀਪ। ਧਾਰਮਿਕ ਦੁਨੀਆ ਵਿੱਚ ਕਈ ਵਾਰ ਨਹੀਂ ਜਾਇਆ ਜਾਂਦਾ। ਕਥਾ ਦੀ ਇੱਕ ਜੋਬ ਇਸ ਤਰ੍ਹਾਂ ਦੀ ਹੈ, ਇੱਥੇ ਕੋਈ ਆਪਣੀ ਮਨ ਮਰਜ਼ੀ ਨਹੀਂ ਹੁੰਦੀ ਬਈ ਹੁਣ ਮੈਂ ਕੀਰਤਨ ਕਰਨਾ ਹੈ ਤਾਂ ਮੈਂ ਫਲਾਂ 2 3 4 ਸ਼ਬਦ ਪੜ੍ਹ ਲਾਂਗਾ। ਨਹੀਂ, ਇੱਦਾਂ ਕੁਛ ਨਹੀਂਗਾ। ਜਿਸ ਸ਼ਬਦ ਦੀ ਅੱਜ ਟਰਮ ਹੈ, ਅੱਜ ਵਿਚਾਰ ਦੀ ਵਾਰੀ ਹੈ, ਉਸੇ ਸ਼ਬਦ ਨੂੰ ਐਕਸਪਲੇਨ ਕਰਨਾ ਔਰ ਉਹਦੇ ਨਾਲ ਮਿਲਦੀਆਂ ਜੁਲਦੀਆਂ ਐਗਜ਼ੈਂਪਲ ਦੇਣੀਆਂ ਨੇ। ਆਪਣੀ ਕੋਈ ਮਰਜ਼ੀ ਨਹੀਂ। ਬਾਉਂਡ ਹੈ ਕਥਾ ਵਾਲਾ, ਉਹਨੂੰ ਟੌਪਿਕ ਦਿੱਤਾ ਗਿਆ ਬਕਾਇਦਾ। ਉਹ ਸ਼ਬਦ ਇੱਕ ਟੌਪਿਕ ਹੈ, ਇੱਕ ਵਿਸ਼ਾ, ਉਸੇ ਨੂੰ ਉਹਨੇ ਨਿਭਾਉਣਾ ਹੈ। ਵਿਪਲ ਬਸਤਰ ਕੇਤੇ ਹੈ ਪਹਿਰੇ। ਭਗਤ ਕਬੀਰ ਸਾਹਿਬ ਮਹਾਰਾਜ ਕਹਿੰਦੇ ਨੇ ਕਈ ਲੋਕ ਬੜੇ ਲੰਬੇ ਚੌੜੇ ਜੇ ਕੱਪੜੇ ਪਾਈ ਫਿਰਦੇ ਨੇ, ਲਿਬਾਸ ਬਣਾਈ ਫਿਰਦੇ ਨੇ, ਪਰ ਅੰਦਰ ਨਾਮ ਨਹੀਂ ਹੁੰਦਾ, ਅੰਦਰ ਧਰਮ ਨਹੀਂ ਹੁੰਦਾ। ਲਿਹਾਜ਼ਾ ਇਹ ਧੋਖਾ ਹੈ। ਭਲੇ ਸਮੇਂ ਹੁੰਦੇ ਸਨ ਸਾਧ ਸੰਗਤ, ਗੱਲ ਸੌਖੇ ਢੰਗ ਨਾਲ ਸਮਝ 'ਚ ਆਵੇ। ਉਦੋਂ ਹੁਣ ਵਰਗੇ ਸਾਧਨ ਨਹੀਂ ਸਨ। ਜ਼ਿਆਦਾਤਰ ਕੰਮ ਚਿੱਠੀਆਂ ਤੋਂ ਲਿਆ ਜਾਂਦਾ, ਔਰ ਘਰ ਦੇ ਵਿੱਚ ਵਿਆਹ ਹੈ ਤੇ ਥੱਬਾ
चिट्ठियां दा लिया के घर रख लिया। हुण वर्डिंग तो सेम जही है, विआह वास्ते आमंत्रण करना है, तारीख लिखनी है, वार लिखना है, जगह लिखनी है, तो बेनती करनी है भी परिवार समेत दर्शन दिओ। आखन लगा वेला होके लिखांगा। जदों सारे खा पी के सौ गए तो रात नूं इन्हें चिट्ठियां लिखनियां शुरू कीतियां और लिख लिख के बाहर पता लिखी आउंदा है, टू भी लिखी आउंदा है, फ्रॉम भी लिखी आउंदा, कित्थे जानी है वह भी लिखी आउंदा है, कित्थों किन्ने भेजी वह भी लिखी आउंदा। अंदरला मैटर इक्को जिहा ही है। लिख लिख के जोड़दा रहा, रखदा गया, जोड़दा रहा, रखदा गया, जोड़दा गया, रखदा गया। पता नहीं कई चिट्ठियां लिख छड़ियां, 50 60 70 80 100 200 जिन्ने रिश्तेदार सन लिख दित्तियां। अखीरली चिट्ठी लिखदियां लिखदियां की होया भी चिट्ठी लिख रहा है, बंद कर दी है, बाहर पता लान लिखन लगा है तो नींद ने गलबा पा लिया। कलम सज्जे डिग पई, चिट्ठी खब्बे डिग पई तो आप पिछे नूं डिग पिया। पता ही नहीं लगा, देर तक चिट्ठियां लिखदा रहा। सवेर कदों हुई, सवाणी ने उठाया, जी टाइम बड़ा हो गया जे दफ्तर का, तुसीं ते सुत्ते पए हो। अबड़ वाए उठिया तो उठ के झटपट तैयार होकर भज गया। नौकर नूं कह गया भी मेरे बैडरूम च चिट्ठियां पईयां ने, सारियां चुक के पोस्ट कर दें। कर दित्तियां। पर उन्हां विच एक वो भी चिट्ठी है जिहदे बाहर पता लिखदियां लिखदियां नूं नींद आ गई सी ते लिखिया नहीं सी गया। हुण वो भी चिट्ठी उन्हें पोस्ट कर दी। डाकिया आया, उन्हें डब्बा खोलिया, सारियां चिट्ठियां जुदा जुदा कीतियां। एक चिट्ठी उन्हें वेखी भी उस चिट्ठी दे बाहर ना टू लिखिया ना फ्रॉम लिखिया। वो चिट्ठी उन्हें पलट पुलट के वेख के सोच साच के उन्हें वापस डब्बे में ही रख दी भी इहदा हुण मैं की करा। इहदा ना टू लिखिया ना फ्रॉम लिखिया। फ्रॉम लिखिया हुंदा तां भी मैं घर पहुँचा के कहंदा भी भाजी तुसीं पता लिखना भुल गए हो, इहदे ते ना अगे कुछ लिखिया ना पिछे। वो डब्बे में रख दी, वो डब्बे च पई सड़ गई। पर काली विच एक होर चिट्ठी लिखी गई जिहदे बाहर भी टू भी लिख लिया, फ्रॉम भी लिख गया, पर अंदर कुछ नहीं सी लिख सकिया, बंद कर दी काली। वो मंजिला मारदी हुई वो भी मौके ते पहुंच गई। रंग लगा सी, उन्हें मत्थे नूं लाई, चुम्मी, पर जदों खोल के वेखी उहदे विच कुछ भी नहीं सी। पहुंच ते गई पर अंदर मैटर ही कोई नहीं गा। हुण ध्यान दिया जी, एक चिट्ठी जिहदे अंदर कुछ भी नहीं लिखिया वो पहुंच गई है पर उन्हें पहुंच के भी कुछ नहीं सवारिया। और एक चिट्ठी जिहदे अंदर लिखिया है तो बाहर पता कोई नहीं, वो डब्बे विच पई पई सड़ गई। लिहाजा इंसान जिहड़ा है उहदे अंदर भी कुछ धर्म की कणी होवे ते उहदा बाहरला लिबास भी होवे, दोवें चीज़ां होण ते फिर वो मंजिल ते भी पहुँचता है तो मंजिल ते पहुँचण दा उहदा प्रयोजन भी पूरा हुंदा है। ते प्यारिओ, जे कोई कहे भी मेरे अंदर सिੱਖੀ है, मैनू ककार धारण करन दी लोड़ नहीं, वो भी अधूरा है। ते जे कोई धारण कर लैंदा है तो भाई कणी नहीं, मैनू खिमा कर देना, फिर वो भी अधूरा है। दोवें अधूरे ने। जियो निर्मल बाहरों निर्मल, वो जियों भी निर्मल होवे, वो बाहरों भी निर्मल होवे। नहीं तो फिर कबीर साहब वर्गे महापुरुष कहणगे विपल वस्त्र केते हैं पैरे। श्लोक सहस्कृत कृति का पहला श्लोक गुरु नानक साहब का रोज आसा की वार दे विच पढ़दे सुणदे हो। हजूर ऐसे लोगों ही रंदा फेरदे ने जदों कहंदे ने पढ़ पुस्तक संध्या बादंग। पुस्तक रख के इदा सवेरे भी पढ़दा है तो लोगों नूं सुणांदा है, शाम नूं भी पढ़दा है तो लोगों नूं सुणांदा है। ये मेरे वर्ग लई उचारण किया। जे अंदर धर्म नहीं, अपने अंदर भय भावनी नहीं, अपने अंदर गुरु प्रति शरधा नहीं, फिर तेरियां पढ़ियां पढ़ाइयां पुस्तकां, सुनियां सुनाइयां पुस्तकां, ग्रंथ भी किसे लेखे नहीं। ये भी झिड़क मार के गुरु ने कह दिता सानू, पढ़ पुस्तक संध्या बादम। सिल पूजस, वो पत्थर की पूजा करते ना, सिल अगे शिवलिंग बना के रख लेंदे। ते बगुल समाधम, बगुल बगले वर्गी समाधि। हुण बगुले की समाधि बड़ी मशहूर है कि बई वो जदों पानी दे विच खड़ा हुंदा, कई बार तो इस तरह करदा, एक लत्त चुक के परां दे विच लुका लैंदा, बुक्कल च लै लैंदा, और सुकी जी टंगड़ी दे उत्ते पत्थर की प्रतिमा वांगू खड़ा हो जाता। नेत्र ऐसे ढंग नाल बंद करदा है भी वेखण वाले नूं लगे भी 100% ही बंद ने,
पर थोड़े जे खुले रख लेंदा। काहदे लई? डड्डी नूं ते मच्छी नूं भुलेखा पाउण लई भी ये ते समाधि ला के बैठा है, और वो कहंदियां इहनूं हुण किहड़ा पता लगना, इहदे नेड़े तेड़े भी थोड़ा घुम फिर लैंदियां वा। जिवें ही कोई डड्डी जां मच्छी उहदी रेंज च आउंदी है, सबूती नूं निकल जांदा। महाराज कहंदे पाखंडी बंदे दीयां अखां मीटणियां, समाधि लगाणी कई वारां झांसा दे के शिकार नूं फसाण वास्ते हुंदा है। पढ़ पुस्तक संध्या बादंग, सिल पूजस बगुल समादंग, मुख झूठ बोलदा झूठ है पर बेभूखन सारंग। बेभूखन कहंदा गहणियां, गहणियां नाल ओनूं इन्ना सजा दिंदा अपने झूठ नूं भी दूसरियां दा सच भी ਉਹਦੇ सामने शर्मिंदा पिया हुंदा है। ऐसा ढंग है झूठ बोलण दा। झूठ नूं पालिश कर दिंदा है, झूठ नूं सजा दिंदा है। फिर त्रैपाल तिहाल विचारन, गल माला और तिलक लीलाटन, लीलाट कहंदे ने मत्थे नूं, दोए धोती वस्त्र कपाटन। ये शर्त है सनातन मत की पूजा करन लग्या, 2 अणसीते कपड़े चाहिए ने, सीन नहीं वजी होनी चाहिए। जिहड़ा तेड़ बद्धा है धोती वो भी अणसीती, जिहदे नाल कपाट ढक्या है वो भी अणसीती, सीता नहीं होना चाहिए। साडे इत्थे सिद्धांत यह है भी अणसीता नहीं होना चाहिए। कशहरे नूं ते दुनिया भर दियां सीना वजियां हुंदियां ने, जदों रेप बनाने आ गिणियां ही नहीं जांदियां। पहाड़ियां ने यही कहा सी ना गुरु नानक साहब नूं, 2 चीज़ां की छूट दे दिओ, एक तो बाटा साडा जुदा होवे। तुसीं ते बाटे नूं शूदरां दे बुल्लां नाल भी उही ला दिंदे हो, साडे नाल भी उही लाओगे, ये नहीं होना। दूजा यह भी सानूं कशहरे तो छूट दे दिओ। महाराज कहण लगे यही तो 2 चीज़ां ने असल। कशहरे तो छूट दे दी, बाटा जुदा बन गया, तो फिर जिहड़ी अंदरों हौमे दी मोई होई बिल्ली बाहर कढ़नी सी वो तो अंदर ही रह गई, तो फिर लाभ की अमृत छकाण दा? तुसीं जाओ अपना काम करो, ना छको, तुहाडे वर्गिआं नूं मैनूं अमृत छकाण की लोड़ भी नहीं गी। वैरी बन गए। दोए धोती वस्त्र कपाटंग, जे जानस ब्रह्मंग कर्मंग, सब फोकट निश्चो धर्मंग। ये सब फोकट है। कहो नानक निश्चो त्यावै, बिन सतगुर बाट ना पावे। गुरु मार्गदर्शन करता है, और अज उही मार्गदर्शन कबीर साहब साडा करन जा रहे हैं। पहला उन्होंने खंडन किया, भाई लम्मे चौड़े कपड़ियां नाल कोई मंजिल ते नहीं पहुँचता। लिबास, केवल लिबास धारण करन नाल कोई मंजिल ते नहीं पहुँचता। अंदर भी धर्म की कणी मात्र जरूर होवे, बीज मात्र जरूर होवे। भेख दिखावे जगत को, लोगन को बस कीन, अंत काल काती कट्यो, बास नरक मैं लीन। होर भी गुरबाणी विच विखावे दे अगेंस्ट बड़े बचन बाणीकारां ने साडी झोली पाए ने, पर चूँकि असीं सारे अखरां नूं, सारे पदिआं नूं एक्सप्लेन करना है, इसलिए इत्थे ज़्यादा समा खर्च हो गया, तो बाकियां दी विचार फिर रह जाती है। विपल वस्त्र केते हैं पहरे, क्या बन मध्य बासा। कुछ लोग जंगलों चले जाते प्रभु प्राप्ति लई, तो गुरमत ने इस चीज़ नूं भी खंडन किया, कांडन किया। प्रभु प्राप्ति लई जंगल जाण दी नहीं जरूरत, बल्कि रे मन ऐसो कर संन्यासा, बन से सधन सब है कर समझो, मन ही माहे उदासा। इस तरह का संन्यास धारण कर, बन से सदन, घर नूं ही जंगल समझ लै, और मन विच उचाट हो जा, रिजर्व रहना सीख लै, सुरत जोड़नी सीख लै। ये 10वें पातशाह के बचन ने। 10वें पातशाह के पिता गुरदेव गुरु तेग बहादुर साहब का तो इस संबंध में जिहड़ा बचन है, वो सारिया गुरु नानक नाम लेवा संगतां दे मूँह चढ़िया होया है। काहे रे बन खोजन जाई, विपल वस्त्र केते हैं पहरे, पहला कर्मकांड। क्या बन मध्य बासा, दूजा कर्मकांड। बन जंगल, बासा वास, जंगलों च वास कर लेना प्रभु प्राप्ति लिए। बई जंगलों च क्यों रहिंदे हो जी? असी ईश्वर नूं प्राप्त करना, इस वास्ते असी घर बार छड्ड के जंगल विच आ गए हैं। एक थां ते गुरबाणी च महाराज कहंदे भी परिवार नूं ते छड्ड आए हो,
ਜਿਹਨੂੰ ਛੱਡਣਾ ਸੀ ਉਹਨੂੰ ਛੱਡ ਕੇ ਨਹੀਂ ਆਏ, ਤੇ ਜਿਹਨੂੰ ਨਹੀਂ ਸੀ ਛੱਡਣਾ ਉਹਨਾਂ ਨੂੰ ਛੱਡ ਕੇ ਆ ਗਏ। ਤੁਸੀਂ ਪੜ੍ਹਦੇ ਹੋ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਚਨ, ਮਹਾਰਾਜ ਕਹਿੰਦੇ ਨੇ, ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਦੇਸ ਛੋੜ ਪ੍ਰਦੇਸੈ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਜਿਹੜੇ ਵਕਾਰ ਛੱਡ ਕੇ ਜਾਣੇ ਸਨ ਉਹਨਾਂ ਨੂੰ ਨਾਲ ਲੈ ਆਇਆ, ਤੇ ਜਿਹੜੇ ਪਰਿਵਾਰ ਨੂੰ ਨਹੀਂ ਸੀ ਛੱਡਣਾ ਉਹਨਾਂ ਨੂੰ ਰੋਂਦਿਆਂ ਵਿਲਕਦਿਆਂ ਨੂੰ ਛੱਡ ਕੇ ਆ ਗਿਆ। ਲਾਭ ਕੀ ਹੋਇਆ ਜੀ? ਇਹ ਸਮਝਣਾ ਛੱਡਣਾ ਕੀ ਹੈ ਤੇ ਰੱਖਣਾ ਕੀ ਹੈ। ਪਰਿਵਾਰ ਨਹੀਂ ਛੱਡਣਾ, ਵਕਾਰ ਛੱਡਣੇ ਨੇ। ਪਰ ਇਹ ਜੰਗਲਾਂ 'ਚ ਚਲਾ ਗਿਆ, ਪਰਿਵਾਰ ਨੂੰ ਛੱਡ ਗਿਆ, ਸੁਰਤ ਵਿੱਚ ਕਾਮ ਦੌੜਦਾ, ਸੁਰਤ ਵਿੱਚ ਕ੍ਰੋਧ, ਲੋਭ, ਮੋਹ, ਅਹੰਕਾਰ, ਈਰਸ਼ਾ, ਤ੍ਰਿਸ਼ਨਾ ਉਸੇ ਤਰ੍ਹਾਂ ਦੌੜ ਰਹੀ ਹੈ। ਤਾਂ ਫਿਰ ਲਾਭ ਕੀ ਹੋਇਆ ਭਾਈ? ਸੁਰਤ ਵਿੱਚੋਂ ਇਹਨਾਂ ਨੂੰ ਹੂੰਝ ਕੇ ਬਾਹਰ ਕੱਢਣਾ ਸੀ, ਔਰ ਘਰ ਦੇ ਵਿੱਚ ਹੀ ਜੰਗਲ ਬਣ ਜਾਣਾ ਸੀ। ਇਸ ਵਾਸਤੇ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਸਾਰਿਆਂ ਵਿੱਚ ਵਾਸ ਕਰਨ ਵਾਲਾ ਤੇ ਸਾਰਿਆਂ ਤੋਂ ਜੁਦਾ ਵੀ ਰਹਿਣ ਵਾਲਾ, ਉਹ ਤੇਰੇ ਵਿੱਚ ਬੈਠਾ, ਤੇਰੇ ਨਾਲ ਨਿਵਾਸ ਕਰਦਾ ਹੈ। ਮਹਾਰਾਜ ਦਿਸਦਾ ਕਿਉਂ ਨਹੀਂ? ਹਜ਼ੂਰ ਕਹਿੰਦੇ ਨੇ ਵੇਖ ਨਾ, ਮਹਿਸੂਸ ਕਰ। ਮਹਾਰਾਜ ਕਿਵੇਂ ਮਹਿਸੂਸ ਕਰਾਂ? ਹਜ਼ੂਰ ਕਹਿਣ ਲੱਗੇ, ਪੋਹਪ ਮੱਧ ਜਿਉਂ ਬਾਸ ਬਸਤ ਹੈ। ਜਿਵੇਂ ਫੁੱਲ ਵਿੱਚ ਖੁਸ਼ਬੂ ਦਿਸਦੀ ਨਹੀਂ ਪਰ ਨਾਸਿਕਾ ਮਹਿਸੂਸ ਕਰਦੀ ਹੈ। ਮੁਕਰਮੈ ਜੈਸੇ ਛਾਈ, ਆਦਮ ਕੱਦ ਸ਼ੀਸ਼ੇ ਦੇ ਸਾਹਮਣੇ ਤੇਰਾ ਸਾਰਾ ਕੱਦ ਉਹਦੇ ਚਲਾ ਜਾਂਦਾ, ਤੂੰ ਪਕੜ ਨਹੀਂ ਸਕਦਾ ਪਰ ਤੈਨੂੰ ਦਿਸ ਰਿਹਾ ਹੈ। ਜਿਵੇਂ ਪ੍ਰਤੀਬਿੰਬ ਨੂੰ ਦੇਖਣਾ ਹੈ, ਜਿਵੇਂ ਫੁੱਲ 'ਚੋਂ ਖੁਸ਼ਬੂ ਨੂੰ ਦੇਖਣਾ ਹੈ, ਜਿਵੇਂ ਗ੍ਰੈਵਿਟੀ ਨੂੰ ਮੰਨਣਾ ਵੀ ਧਰਤੀ 'ਚ ਗੁਰੂਤਵਾਕਰਸ਼ਣ ਸ਼ਕਤੀ ਹੈ, ਉਹ ਦਿਸਦੀ ਨਹੀਂ ਪਰ ਤੂੰ ਮੰਨਣਾ। ਜਿਵੇਂ ਦਰਦ ਹੁੰਦੀ ਹੈ ਤੇ ਤੂੰ ਕਹਿਣਾ ਡਾਕਟਰ ਨੂੰ ਮੈਨੂੰ ਬੜੀ ਦਰਦ ਹੁੰਦੀ ਹੈ, ਪਰ ਉਹ ਕਵੇ ਪਕੜ ਕੇ ਮੇਰੇ ਹੱਥ ਵਿੱਚ ਰੱਖ, ਤੇ ਤੂੰ ਨਹੀਂ ਦੱਸ ਸਕਦਾ, ਉਹਨੂੰ ਤੂੰ ਮੰਨਣਾ। ਇਸ ਤਰ੍ਹਾਂ ਰੱਬ ਨੂੰ ਵੀ ਮੰਨ। ਪੋਹਪ ਮੱਧ ਜਿਉਂ ਬਾਸ ਬਸਤਾ ਹੈ, ਮੁਕਰ ਮੈਂ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਤਰ। ਘੱਟ ਹੀ ਖੋਜੋ ਪਾਈ, ਉਹ ਲਗਾਤਾਰ ਤੇਰੇ ਹਿਰਦੇ 'ਚ ਵੱਸਦਾ, ਇਸ ਲਈ ਹਿਰਦੇ 'ਚ ਉਹਨੂੰ ਖੋਜ। ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਕਉ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਇਹ ਗੁਰੂ ਭਰਮ ਦੂਰ ਕਰਕੇ ਤੈਨੂੰ ਉਹ ਵਿਖਾਏਗਾ। ਇਸ ਵਾਸਤੇ ਕਈ ਲੋਕ ਵਿਪਲ ਬਸਤਰ ਕੇਤੇ ਹੈ ਪਹਿਰੇ, ਉਹ ਲੰਮੇ ਚੌੜੇ ਕੱਪੜੇ ਪਾ ਕੇ ਈਸ਼ਵਰ ਦੀ ਪ੍ਰਾਪਤੀ ਦਾ ਸਾਧਨ ਇਸੇ ਨੂੰ ਸਮਝੀ ਬੈਠੇ ਨੇ। ਇਹ ਭਾਈ ਉਹਨਾਂ ਦੀ ਉਕਾਈ ਹੈ। ਕਿਆ ਬਨ ਮੱਦੇ ਬਾਸਾ, ਕਈ ਜੰਗਲਾਂ ਵਿੱਚ ਭਟਕ ਰਹੇ ਨੇ ਭਾਈ, ਇਹ ਵੀ ਉਹਨਾਂ ਦੀ ਉਕਾਈ ਹੈ। ਔਰ ਤੀਸਰੀ ਉਕਾਈ ਕੀ ਕਰਦੇ ਨੇ ਲੋਕ ਆਮ ਤੌਰ ਤੇ? ਕਹਾ ਭਇਓ ਨਰ ਦੇਵਾ ਧੋਖੇ। ਕੁਝ ਲੋਕ ਦੇਵੀ ਦੇਵਤਿਆਂ ਦੀ ਪ੍ਰਤਿਮਾ ਮੂਰਤੀ ਬਣਾ ਕੇ ਅੱਗੇ ਧੂਪ ਦਿਖਾਉਂਦੇ ਨੇ, ਇਹਨੂੰ ਈਸ਼ਵਰ ਦੀ ਪ੍ਰਾਪਤੀ ਸਮਝਦੇ ਨੇ। ਦੇਵੀ ਦੇਵਾ ਪੂਜੈ ਡੋਲੈ, ਪਾਰ ਬ੍ਰਹਮ ਨਹੀਂ ਜਾਣਾ, ਕਉ ਕਬੀਰ ਅਕੁਲ ਨਹੀਂ ਚੇਤਿਆ, ਵਿਖਿਆ ਸਿਉ ਲਪਟਾਨਾ। ਧੂਪਾਂ ਦਿਖਾਉਣ ਨਾਲ ਪ੍ਰਭੂ ਦੀ ਪ੍ਰਾਪਤੀ। ਸਾਡੇ ਵਿੱਚ ਵੀ ਇਹ ਉਕਾਈ ਹੈ। ਪਾਠੀ ਸਿੰਘ ਨੂੰ ਕਹਿਣਗੇ ਵੀ ਭਾਈ ਸਾਹਿਬ ਬੋਲ ਕੇ ਪਾਠ ਕਰੋ, ਅਸੀਂ ਸੁਣਨਾ। ਚੰਗੀ ਗੱਲ ਹੈ। ਪਾਠ ਜੇ ਘਰ ਵਿੱਚ ਰਖਾਈਏ, ਸਹਿਜ ਪਾਠ ਸਾਹਿਬ, ਅਖੰਡ ਪਾਠ ਸਾਹਿਬ, ਤੇ ਭਾਈ ਸੁਣਨਾ ਚਾਹੀਦਾ ਹੈ। ਪਰ ਇਹਦੇ 'ਚ ਦੋ ਗੱਲਾਂ ਦਾ ਧਿਆਨ ਰੱਖਣਾ। ਜੇ ਸੁਣਨ ਦਾ ਸ਼ੌਂਕ ਹੈ ਤੇ ਬੜੀ ਚੰਗੀ ਗੱਲ ਹੈ, ਪਰ ਉਹਦੇ ਨਾਲ ਫਿਰ ਇਹ ਕਾਹਲ ਨਾ ਪਾਵੇ ਵੀ ਭੋਗ ਇੰਨੇ ਵਜੇ ਪਾਓ। ਜੇ ਬੋਲ ਕੇ ਕਰੀਏ ਤੇ ਥੋੜ੍ਹਾ ਵਕਤ ਜ਼ਿਆਦਾ ਲੱਗਦਾ। ਦੂਜੀ ਗੱਲ ਹੈ ਫਿਰ ਕੋਲ ਧੂਫਾਂ ਨਾ ਦਿਖਾਈਏ। ਕਈ ਕੀ ਕਰਦੇ, ਜ਼ਿੰਦਗੀ 'ਚ ਕਿਤੇ ਇੱਕੋ ਹੀ ਪਾਠ ਕਰਾਇਆ ਹੁੰਦਾ ਹੈ। ਕਿੰਨੇ ਕੁ ਪਾਠ ਅਸੀਂ ਕਰਾਉਂਦੇ ਹਾਂ? ਕੋਈ 2 ਕਰਾ ਲਏਗਾ, 10 ਕਰਾ ਲਏਗਾ। ਕੋਈ ਐਕਸਪੀਰੀਅੰਸ ਤਾਂ ਨਹੀਂ ਨਾ ਹੁੰਦਾ, ਮਾਫ਼ ਕਰਨਾ। ਉਹ ਸਮਝਦੇ ਨੇ ਵੀ ਧੂਫ ਦਿਖਾਣੀ ਬੜੀ ਜ਼ਰੂਰੀ ਹੈ, ਜੇ ਧੂਫ ਨਾ ਦਿਖਾਈ ਤੇ ਪਾਠ ਸਾਡਾ ਪੂਰਾ ਨਹੀਂ ਹੋਣਾ। ਭਾਈ ਧੂਫ ਇੱਕਦਮ ਵੀ ਤੁਸੀਂ ਨਾ ਦਿਖਾਓ ਤੇ ਇਹਦਾ ਪਾਠ ਨਾਲ ਕੋਈ ਸਰੋਕਾਰ ਨਹੀਂਗਾ। ਅਗਰਬੱਤੀ ਤੁਸੀਂ, ਹੁਣ ਸਿਆਪਾ ਇਹ ਵੇ ਵੀ ਤੁਸੀਂ ਜਾਓ ਉੱਥੇ ਰਸਤ ਲੈਣ ਤੇ ਉਹ ਦੁਕਾਨ ਵਾਲੇ ਆਪੇ ਹੀ ਵੱਡੀ ਸਾਰੀ ਅਖੰਡ ਪਾਠ ਸਾਹਿਬ ਰਖਾਣਾ ਹੈ ਜੀ। ਹਾਂਜੀ, ਇਹ ਅਕਾਲ ਤਖਤ ਦਾ ਜਥੇਦਾਰ ਹੈ, ਹੁਣ ਇਹ ਤੁਹਾਨੂੰ ਦੱਸੇਗਾ ਵੀ ਅਖੰਡ ਪਾਠ ਵਿੱਚ ਕੀ ਕੀ ਚਾਹੀਦਾ। ਫਿਰ ਬੰਨ ਦਿੰਦਾ ਸਾਰਾ, ਧੂਪ ਵੀ, ਨਾਰੀਅਲ ਵੀ, ਪਤਾ ਨਹੀਂ ਕੀ ਕੁਝ। ਫਿਰ ਉਹਨੇ ਆਪਣੇ ਸੌਦੇ ਵਾਸਤੇ ਜਿਹੜੀਆਂ ਚੀਜ਼ਾਂ ਨਹੀਂ ਵੀ ਲੋੜ, ਨਹੀਂ ਜੀ ਇਹ ਤੇ ਫਿਰ ਹੁੰਦਾ ਹੀ, ਇਹਦੇ ਬਿਨਾਂ ਫਿਰ ਅਖੰਡ ਪਾਠ ਕਿਵੇਂ ਹੋ ਜਾਏਗਾ?
ਰੁਮਾਲੇ ਤੁਸੀਂ ਵੇਖ ਲਓ ਵੀ ਉਸੇ ਵੇਲੇ ਉਹ ਬਜਾਜ ਜਿਹੜਾ ਰੁਮਾਲਾ ਚੁੱਕ ਕੇ ਅੱਗੇ, ਨਹੀਂ ਜੀ ਰੁਮਾਲਾ ਤੇ ਅਖੰਡ ਪਾਠ ਤੇ ਹੁੰਦਾ ਹੀ ਭਾਈ, ਰੁਮਾਲਾ ਹੁੰਦਾ ਹੈ, ਪਰ ਹੁਣ ਸਮਾਂ ਇਸ ਤਰ੍ਹਾਂ ਦਾ ਆ ਗਿਆ ਬਿਲਕੁਲ ਰੁਮਾਲੇ ਲਿਆਉਣੇ ਬੰਦ ਕਰ ਦਿਓ। ਮੈਨੂੰ ਇਹ ਕਹਿਣ 'ਚ ਕੋਈ ਸੰਕੋਚ ਨਹੀਂ ਵੀ ਇਹ ਇਸ਼ੂ ਬਣ ਜਾਏਗਾ, ਕੋਈ ਵਿਵਾਦ ਹੋ ਜਾਏਗਾ, ਬੇਸ਼ੱਕ ਹੋ ਜਾਏ। ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਨੌਬਤ ਹੈ ਵੀ ਗੁਰਦੁਆਰਿਆਂ ਦੇ ਕਮਰੇ ਮੁੱਕ ਗਏ ਨੇ ਰੁਮਾਲੇ ਰੱਖ ਕੇ। ਹੁਣ ਰੈਂਟ ਤੇ ਕਮਰੇ ਲੈ ਕੇ ਰੁਮਾਲੇ ਰੱਖਣੇ ਪੈਣਗੇ। ਇਸ ਲਈ ਭਾਈ ਇੱਕੋ ਵਾਰ ਉਹ ਚੜਾਇਆ ਹੁੰਦਾ ਹੈ, ਇੰਜ ਚੜਾ ਕੇ ਉਹ ਗ੍ਰੰਥੀ ਸਿੰਘ ਤਹਿ ਲਾ ਕੇ ਲਿਫਾਫੇ 'ਚ ਪਾ ਕੇ ਜਿਉਂ ਦੇ ਤਿਉਂ ਪਏ ਹੋਏ ਨੇ, ਉਹ ਭੇਟਾ ਦਿਓ। ਜਿਆਦੀ ਗੱਲ ਹੈ ਤਾਂ ਉੱਥੋਂ ਹੀ ਰੁਮਾਲਾ ਲੈ ਕੇ, ਕਮ ਸੇ ਕਮ ਉਹ ਮਾਇਆ ਤੁਹਾਡੇ ਕੰਮ ਤੇ ਆਵੇਗੀ ਨਾ, ਸੰਗਤਾਂ ਦੇ ਕੰਮ ਆਵੇਗੀ। ਹੁਣ ਬਹੁਤਾਤ ਗੁਰਦੁਆਰਿਆਂ ਦੇ ਵਿੱਚ ਇਸ ਤਰ੍ਹਾਂ ਵੀ ਉਹ ਲੱਦ ਕੇ ਟੈਂਪੂਆਂ ਤੇ ਨਿਰਜਰ ਜੰਗਲਾਂ ਵਿੱਚ ਲਿਜਾ ਕੇ ਰੁਮਾਲਿਆਂ ਨੂੰ ਅੱਗ, ਉਦੋਂ ਬੜੇ ਹੌਲ ਪੈਂਦੇ ਨੇ, ਬੜਾ ਮਹਿਸੂਸ ਹੁੰਦਾ ਵੀ ਕਿਤਨੇ ਬੇਸ਼ਕੀਮਤੀ ਰੁਮਾਲੇ, ਲੱਖਾਂ ਕਰੋੜਾਂ ਦੇ ਰੁਮਾਲੇ ਕੌਮ ਦੇ ਜਿਹੜੇ ਨੇ, ਅਰਬਾਂ ਰੁਪਈਆਂ ਦੇ ਪੂਰੇ ਵਰਲਡ ਵਾਈਡ ਜੇ ਗਿਣੀਏ ਤੇ ਉਹ ਅਸੀਂ ਅਗਨ ਭੇਟ ਕਰ ਰਹੇ ਹਾਂ। ਕਿੱਡਾ ਚੰਗਾ ਹੋਵੇ ਜੇ ਅਸੀਂ ਥੋੜ੍ਹਾ ਜਿਹਾ ਕੋਈ ਵੀ ਵਸਤੂ ਗੁਰਦੁਆਰੇ ਲਿਆਉਣੀ ਹੈ, ਉਦੋਂ ਪਹਿਲਾਂ ਅਸੀਂ ਗ੍ਰੰਥੀ ਸਿੰਘ ਨਾਲ ਰਾਬਤਾ ਬਣਾ ਲਈਏ, ਅਸੀਂ ਪ੍ਰਬੰਧਕਾਂ ਨਾਲ ਰਾਬਤਾ ਬਣਾ ਲਈਏ ਵੀ ਦੱਸੋ ਲੋੜ ਕੀ ਹੈ। ਔਰ ਹੋਰ ਸੁਣੋ, ਬਹੁਤ ਸਾਰੀਆਂ ਚੀਜ਼ਾਂ ਤੇ ਐਸੀਆਂ ਜਦੋਂ ਤੁਸੀਂ ਆਉਂਦੇ ਹੋ ਤੇ ਆਪ ਹੀ ਮਹਿਸੂਸ ਹੋ ਜਾਂਦਾ ਵੀ ਇਸ ਚੀਜ਼ ਦੀ ਲੋੜ ਹੈ, ਉਹ ਥੋੜ੍ਹਾ ਜਿਹਾ ਤਾਲਮੇਲ ਕਰਕੇ ਉਹ ਵਸਤੂ ਲੈ ਆਂਦੀ ਤਾਂ ਕਿ ਉਹ ਕੰਮ ਆ ਸਕੇ। ਤੋ ਇਹ ਜਿਹੜੇ ਬੇਹਿਸਾਬ ਇਸ ਪ੍ਰਕਾਰ ਲਿਆ ਕੇ ਤੇ ਅਸੀਂ ਚੜਾ ਰਹੇ ਹਾਂ। ਹੁਣ ਵੇਖੋ ਇਹ ਕਿਉਂ ਪਿਰਤ ਚੱਲੀ, ਗੁਰਬਾਣੀ ਨੂੰ ਗਲਤ ਢੰਗ ਨਾਲ ਐਕਸਪਲੇਨ ਕਰਨ ਕਰਕੇ। ਮੈਂ ਬੇਨਤੀ ਕਰਦਿਆਂ ਗੱਲ ਚੱਲ ਪਈ ਹੈ। ਗ੍ਰੰਥੀ ਸਿੰਘ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਤੇ ਰੁਮਾਲਾ ਚੇਤਾ ਕਰਾਉਣਾ, ਭਾਈ ਸਾਹਿਬ ਜੀ ਚੜਾਓ, ਉਹਨੇ ਚੜਾ ਦੇਣਾ, ਆਖਣਾ ਸ਼ਬਦ ਪੜ੍ਹ, ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ ਢੱਕਣ ਕੋ ਪਤ ਮੇਰੀ। ਇੱਦਾਂ ਨਹੀਂ ਸਨ ਪੜ੍ਹਦੇ, ਉਹ ਫਿਰ ਪੜ੍ਹਦੇ ਹੁੰਦੇ ਸਨ ਢੱਕਣ ਕੋ ਪਤ ਮੇਰੀ ਦਿੱਤਾ ਪ੍ਰੇਮ ਦਾ ਪਟੋਲਾ। ਹੁਣ ਵੇਖੋ ਇਹਦੇ ਅਰਥ ਇਹ ਨੇ ਵੀ ਆਹ ਜਿਹੜਾ ਅਸੀਂ ਰੁਮਾਲਾ ਦਿੱਤਾ ਇਹਦੇ ਨਾਲ ਤੇਰੀ ਪੱਤ ਟੱਕੀ ਹੈ। ਹੁਣ ਉਹ ਪੰਕਤੀ ਇੱਥੇ ਉੱਕਾ ਨਹੀਂ ਗੀ ਟੁੱਕਦੀ। ਉਹ ਤੇ ਪੰਕਤੀ ਇਹ ਹੈ ਵੀ ਜਦੋਂ ਅਸੀਂ ਜਪਦਿਆਂ ਫਿਰ ਜਦੋਂ ਤਰੁੱਠਦਾ ਹੈ ਤੇ ਫਿਰ ਪੜ੍ਹਦੇ ਹੋ ਨਾ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ, ਆਖੈ ਮੰਗੈ ਦੇਹ ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਫਿਰ ਕੀ ਲਿਖਿਆ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਉਹਦੀ ਬਖਸ਼ਿਸ਼ ਦਾ ਸਿਰੋਂ ਪਾਓ, ਅਦ੍ਰਿਸ਼ ਸਿਰੋਂ ਪਾਓ, ਜਿਹੜਾ ਦਿਸੇਗਾ ਨਹੀਂ ਪਰ ਤੇਰੀ ਪੱਤ ਸੱਚੀ ਮੁੱਚੀ ਟੱਕ ਲਏਗਾ। ਪੱਤ ਤੇ ਊਨ ਸਾਡੀ ਟੱਕਣੀ, ਅਸੀਂ ਉਹਦੀ ਥੋੜ੍ਹਾ ਟੱਕਣੀ। ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ, ਹੇ ਸ਼ਹਿ ਤੂੰ ਮੈਨੂੰ ਪ੍ਰੇਮ ਰੂਪੀ ਇੱਕ ਕੱਪੜਾ ਦਿੱਤਾ। ਢੱਕਣ ਕੂ ਪੱਤ ਮੇਰੀ ਨਾ ਕਿ ਤੇਰੀ, ਦਾਨਾ ਬੀਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ। ਤੋ ਇਸ ਵਾਸਤੇ ਪਿਆਰਿਓ ਇਹ ਗੁਰਬਾਣੀ ਰੁਮਾਲਿਆ ਚਾੜ ਕੇ ਤੇ ਗੁਰਬਾਣੀ ਗਾਈ ਗਵਾਈ ਜਾਣੀ, ਆਪਣੇ ਢੰਗ ਨਾਲ ਤੋਰ ਮਰੋੜ ਕੇ, ਉਹ ਮਨਮਤ ਸੀ ਤੇ ਮਨਮਤ ਹੈ। ਇਹਦਾ ਰੁਮਾਲੇ ਨਾਲ ਇਸ ਪੰਕਤੀ ਦਾ ਕੋਈ ਸਰੋਕਾਰ ਨਹੀਂ। ਰੁਮਾਲਾ ਚੜਾਉਣ ਦੀ ਪਿਰਤ ਕਿਸੇ ਜ਼ਮਾਨੇ 'ਚ ਠੀਕ ਸੀ, ਪਰ ਹੁਣ ਇਸ ਕਦਰ ਇਹ ਰਵਾਇਤ ਵੱਧ ਗਈ ਏ। ਹੁਣ ਇਹਨੂੰ ਰੋਕਣ ਦੀ ਜ਼ਰੂਰਤ ਹੈ। ਸਮਾਂ ਆਵੇਗਾ ਫਿਰ ਜਦੋਂ ਲੋੜ ਹੋਵੇਗੀ, ਲੋੜ ਅਨੁਸਾਰ ਫਿਰ ਅਦਲ ਬਦਲ ਹੋ ਜਾਏਗੀ। ਹੁਣ ਕੋਈ ਵੀ ਵਸਤੂ ਲਿਆਉਣੀ ਹੈ, ਕੋਈ ਵੀ ਪਦਾਰਥ ਲਿਆਉਣਾ ਗੁਰੂ ਘਰ 'ਚ, ਤੇ ਭਾਈ ਮੇਰੀ ਜਾਚੇ ਸਾਨੂੰ ਤਾਲਮੇਲ ਕਰ ਲੈਣਾ ਚਾਹੀਦਾ। ਕਿੰਨਾ ਜ਼ੋਰ ਇਹ ਰੁਮਾਲਿਆਂ ਤੇ। ਰੁਮਾਲਾ ਮਹਾਰਾਜ ਦਾ ਇੱਕ ਹੋਰ ਵੀ ਹੁੰਦਾ ਜਿਹਦੇ ਸੁਖਾਸਨ ਹੁੰਦਾ। ਤੁਸੀਂ ਦੱਸੋ ਸਾਡੇ 'ਚੋਂ ਕਿੰਨੇ ਕੁ ਨੇ ਜਿਨ੍ਹਾਂ ਨੇ ਉਹ ਰੁਮਾਲੇ ਭੇਟ ਕੀਤੇ ਹੋ ਜਿਹਦੇ 'ਚ ਅਸੀਂ ਸੁਖਾਸਨ ਕਰਨੇ ਆ। ਸੂਤੀ ਕੱਪੜੇ ਦਾ ਸਫੈਦ ਰੰਗ ਦਾ ਸੁੰਦਰ ਜਿਹਾ ਰੁਮਾਲਾ ਹੁੰਦਾ, ਉਹਦਾ ਕਿਸੇ ਨੂੰ ਕੋਈ ਖਿਆਲ ਨਹੀਂ ਗਾ। ਉਹ ਕਈ ਵਾਰ ਗ੍ਰੰਥੀਆਂ ਨੂੰ ਕਹਿ ਕੇ ਬਣਵਾਉਣੇ ਪੈਂਦੇ ਨੇ ਵੀ ਬੀਬਾ ਜੀ, ਵੀਰ ਜੀ, ਤੁਸੀਂ ਉਹ ਰੁਮਾਲਿਆਂ ਦੀ ਸੇਵਾ ਕਰਦੇ ਹੋ। ਤੋ ਇਸ ਤਰ੍ਹਾਂ ਮੇਰਾ ਮਤਲਬ ਹੈ ਵੀ ਕੁਛ ਵੀ ਅਸੀਂ ਕਰਨਾ ਹੈ ਤੇ ਤਾਲਮੇਲ, ਤਾਂ ਕਿ ਉਹ ਚੀਜ਼ ਵਰਤੋਂ 'ਚ ਆ ਸਕੇ, ਅਦਰਵਾਈਜ਼ ਉਹ ਵੇਸਟ ਜਾਂਦੀ ਹੈ। ਸੋ ਗੁਰੂ ਕਿਰਪਾ ਕਰੇ। ਮੈਂ ਅਰਜ਼ ਕਰ ਰਿਹਾ ਸਾਂ ਬਈ ਫਿਰ ਧੂਪ ਤਖਾਣੀ ਅਖੰਡ ਪਾਠ ਸਾਹਿਬ ਦੇ ਭੋਗ ਦੇ ਉੱਤੇ ਅਸੀਂ ਵੀ ਤਖਾਨੇ ਆ। ਕੁਝ ਲੋਕ ਦੇਵੀ ਦੇਵਤਿਆਂ ਦੇ ਸਾਹਮਣੇ ਧੂਪ ਤਖਾਂਦੇ ਨੇ, ਹਵਨ ਕਰਦੇ ਨੇ।
ਸਾਮੱਗਰੀ ਪਾਉਂਦੇ ਨੇ। ਤੋ ਉਹਨੂੰ ਵੀ ਭਗਤ ਕਬੀਰ ਸਾਹਿਬ ਨੇ ਕਰਮ ਕਾਂਡ ਵਾਲੀ ਫਹਿਰਿਸ਼ਤ ਵਿੱਚ, ਸੂਚੀ ਵਿੱਚ, ਲਿਸਟ ਵਿੱਚ ਬਾਕਾਇਦਾ ਰੱਖਿਆ ਹੋਇਆ। ਔਰ ਕਰਮ ਧਰਮ ਜਿਹੜੇ ਨੇ ਉਹਨਾਂ ਬਾਰੇ ਸਪਸ਼ਟ ਗੱਲ ਹੈ ਵੀ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੂਟੈ, ਇਸ ਲਈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ, ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। विपल वस्त्र केते हैं पैरे, क्या बन मध्य बासा, कहा भया नर देवा धोखे, क्या जल बोरियो ज्ञाता। एक साडे गवांढी धर्म सनातन मत विच ये भी मनौत है कि फलां तीरथ ते जाके उस पानी दे विच डुबकी ला के ऊपर नहीं निकलना, ਉਹਦੇ ਵਿੱਚ ही मर जाना। हाँ, और तुहानू मुक्ति मिल जाएगी, मोक्ष मिल जाएगा। इस तरह की भी प्रचलित कहानियां ने। की होया जे तू किसी तीरथ ते जाके अपने आप नू डोब के ते मार लिया, ये तो खुदकशी है, ये तो आत्म हत्या है। ये परमात्मा दे मिलन का की संबंध है? इनू भी भगत कबीर ने कंडैम करके सानू खबरदार किया, भाई ये बेशकीमती जिंदगी प्राप्त हुई है, इनू इस तरह तबाह नहीं करना भी फलां तीरथ ते जाके मर जाण नाल मेरा जीवन सफल हो जाएगा। जीवन सफल नाम जपन नाल हुंदा है, इंज अपने आप नू मार लैण नाल जीवन सफला नहीं होता। सो क्या जल बोरियो ज्ञाता, ये नाल भी की होवेगा? कुछ नहीं होवेगा। जी रे जाहेगा मैं जाना। हुण आ गल असल समझण वाली। हे जिंदे, मैं जदों तेरे वाल ताकना वा ते मैनू लगदा तू ही इन्हां कम्मां विच ही पिया होया है। जिवें ये गए ना कम्मों, जाहेगा मैं जाना, तू भी इन्हां वांगू ही जाएगा, तू भी इन्हां कर्म कांडां विच ही प्रवृत्त है, तेरा भी यही हशर होगा, तू खबरदार हो। जी रे जाएगा मैं जाना, अवगत समझ इयाना। अव्यक्त असल शब्द है अव्यक्त। अव्यक्त मैंने अदृश्ट, जेड़ा अदृश्य परमात्मा है उन्होंने समझ। कर्म कांड ना कर, खुले खुले लम्मे चौड़े कपड़े ना पा पर अंदर धर्म पैदा कर, जंगलों में ना भटक। इसे प्रकार तू ये जेड़े अपने आप नू पानी में डोब के मारन वाले ने, इन्हां दी रीस भी ना कर। फिर की कर? अवगत समझ, अदृष्ट परमात्मा नू समझ, उहदे नाल जान पछाण बना। इयाना, हे इयाने मनुख, एक कर्म कांड छड्ड दे ते परमात्मा दा भजन कर, परमात्मा दा सिमरन कर। क्योंकि सिमरत वेद पुराण पुकारन पोथियां, नाम बिना सब कूड़ गाली होछियां। भाई कुछ नहीं पढ़ना लिखना हुंदा, कोई गल नहीं, टेंशन करन दी कोई लोड़ नहीं। वागरू 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 करी जो, इदों उत्तम काम कोई होर है ही नहीं गा। वागरू वागरू जपी जाओ। सारियां सिमरतियां वेद पुराण धार्मिक ग्रंथ कूक कूक के कहते ने भी नाम बिना सब कूड़ गाली होछियां। जे नाम नहीं जपिया तो बाकी सब गल्लां फिर होछियां ने, व्यर्थ ने, वो किसे लेखे नहीं। शब्द विचार भी इसे करके करनी है भी शब्द की विचार विचों सिमरन नूं प्रचंड किया जा सके। इस वास्ते भाई सिमरन कर, अवगत समझ अयाना। तू जेड़े माया के चक्कर च पिया, मैं उस माया की भी असलीयत तेनों दस दें। आखन लगे जी दसो। भगत कबीर साहब महाराज कह लगे, जत जत पेखों, खिमा करना, जत जत देखों बहुर ना पेखों। माया नूं मैं जिधर जिधर भी जिस एंगल तो भी ताकना ते कुछ दिन ठहर के फिर ताकना वा, उहदा रूप बदलिया हुंदा, वो पहलों वाले स्वरूप विच नहीं हुंदी। भाव जगह बदलती रहिंदी है। जिहड़े अमीर सन वो गरीब हो जाते हैं, जिहड़े गरीब सन वो अमीर हो गए। इहदा कोई पक्का ठिकाना नहीं गा।
माई माया छाल। हुण तो यूनीवर्सिटी वालियां भी ये 5 अखर थल्ले लिख दिते, नाल बिंदियां ला दित्तियां भी इन्हां नूं बिंदी लगेगी। हुण पानी ते पानी इहदा फर्क है। टेबल टाक विच ते असीं पानी कहने आ, पानी ते कोई भी नहीं कहिंदा। ये ठीक है भी ज्यों पानी संग पानी, पर मंगन लगे असीं पानी नहीं कहिंदे, पानी कहने ते ओह नाणे नाल। तो इसे तरह लल्ले पैर बिंदी जिहड़ी मैं अर्ज कर रहा सां। माई माया छल, छल मैंने धोखा, फरेब। ये माया फरेब ही तो करती है साडे तुहाडे नाल, होर की करती है? समझ नहीं आती मनुख नूं किस तरह का फरेब है। तृण की अगन, हुण सर्दियां आ गई ना, लोकां तीले तूले पराली इकट्ठी करके भी अग ला के सेकनी है। तो पराली की अग की हुंदी है? अग लगी भबूका सिर तो भी उत्ते चला जाता है। तो जिवें अनार चलते हैं दिवाली नूं, वो अनार वांगू एक बार उतां जाना है तो फिर सहेजे थल्ले आके फिनिश हो जाना। कखां की अग, तीलियां की अग, विखावा ज़्यादा तो है कुछ भी नहीं। तृण की अगन मेघ की छाया। बंदा खेतों च काम करता हो, बड़ी गर्मी, बदलों की छां जी आ जाए, बंदे नूं ठंड पै जाती, आहा बड़ा सोहना, पर वो देखद्या देखद्या बदली अगे सरक जाती है और धुप फिर आ जाती है। भाई ये माया ते बदली की छां वर्गी आ, ये परमानेंट नहीं। सो तृण की अगन मेघ की छाया, गोबिंद भजन बिन हड़ का जल। जदों हड़ आउंदे ते पानी किस तरह दिसदा, और जदों हड़ खत्म हो जाता एक चुली भी पानी की कितों प्राप्त नहीं की होंदी, सब निकल जाता। यही हाल माया का। ये कखां की अग वर्गी है, ये बदलों की छां वर्गी है, ये प्यारिओ हड़ दे पानी तो ज़्यादा होर कुछ भी नहीं, ये छल है। इसलिए जत जत देखों बहुर ना पेखों, संग माया लपटाना। मैं जिधर जिधर भी वेखना लोग माया नाल ही लिपटे हुए ने। माया लोड़ है, माया साडी रिक्वायरमेंट है, माया कमाणी है, पर संतुलन बनाना। प्रयोजन माया नूं नहीं बनाना, प्रयोजन नाम होना चाहिए। माया गुजरान है, माया लोड़ है, ये बिना किसी का घर नहीं चलता। गुरुद्वारे मसीतां मंदिर भी नहीं चलते, कनैक्शन बिजली वाले कट जाते हैं प्यारिओ। इस वास्ते लोड़ है, कमाणी है, पर शदाई नहीं होना ये पिछे। इन्ना समा बाजार में सवास नहीं वेचने भी सवेरे नितनेम करन दी शरीर च आंगस ना रहे, उठिया ही ना जाए। कमा, पर उन्ना को काम करके आ जा भी हुण मैं आराम करके सवेरे उठ सकना। इनू टॉर्चर ना कर, ये ते इन्ना लोड ना पा जिन्ना ये चल नहीं सकता। सिमरन करन जोगा ते बाणी पढ़न जोगी आंगस यदि बाकी रख लिया कर। यह है संतुलन, बैलेंस। इत्थे जिहड़ा धन कम आउंदा है, वो कमा ताकि किसी अगे हथ ना अड्डना पे, ते जिहड़ा परलोक विच आउंदा है नाम रूपी धन, वो भी इकट्ठा कर ताकि रे रे दरगह कहे ना कोऊ, आओ बैठ आदर शुभ देव वाली अवस्था भी बन जाए। भगत कबीर साहब कहते उंज मैं तेनों दस दियां भी ये पक्का वसेबा इहदा किते भी नहीं गा। जत जत देखों बौर ना पेखों, अमीर गरीब गरीब अमीर, ये नित अदला बदली हो रही है, परत के नजर ही नहीं आती। और जत जत देखों बौर ना पेखों, संग माया लपटाना रहाओ। ज्ञानी ध्यानी बहु उपदेसी, ए जग सगलो धंधा। ज्ञानी ज्ञान प्रचार रहा है, ध्यानी कहते ध्यान लाने वाले नूं, समाधियां लाने वाले, और दूसरिਆਂ ਨੂੰ बहुत ज़्यादा मेरे वर्गे उपदेश करने वाले। कबीर साहब कहते कुछ नहीं सिवाए धंधियां दे, ये भी धंधा है। उपदेश देना धंधा। मैं पेड स्पोक्समैन हाँ जी।
ਹੋਰ ਤੇ ਹੋਰ ਸਮਾਧੀਆਂ ਲਾਉਣ ਵਾਲਿਆਂ ਦੀ ਵੀ ਭਾਵਨਾ ਪ੍ਰਮਾਤਮਾ ਨੂੰ ਪ੍ਰਸੰਨ ਕਰਨ ਦੀ ਨਹੀਂ, ਉਹ ਵੀ ਦੂਜਿਆਂ ਨੂੰ ਸਮਾਧੀਆਂ ਲਾ ਲਾ ਕੇ ਵਿਖਾਉਂਦੇ ਨੇ ਬਈ ਲੋਕ ਵੇਖ ਲੈਣ ਬਈ ਇਹ ਸਮਾਧੀ ਲਾਉਂਦਾ ਤੇ ਪ੍ਰਭਾਵਿਤ ਹੋ ਜਾਣ, ਤੇ ਫਿਰ ਪ੍ਰਭਾਤ ਥੱਲੇ ਜਦੋਂ ਆ ਜਾਣ ਤਾਂ ਫਿਰ ਮੈਂ ਆਪਣੀ ਮਰਜ਼ੀ ਅਨੁਸਾਰ ਇਹਨਾਂ ਨੂੰ ਵਰਤ ਸਕਾਂ। ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਪੁਰੀ ਗਏ ਨਾ, ਪੁਰੀ ਸਤਸੰਗ ਪੇਰੈਂਟਸ ਵਾਲਾ ਪੀ URI ਪੁਰੀ, ਸ਼ਹਿਰ ਦਾ ਨਾਂ ਇਤਨਾ ਹੀ ਹੈ ਬਸ, ਅਸੀਂ ਸਾਰੇ ਜਗਨਨਾਥਪੁਰੀ ਕਹਿੰਦੇ ਹਾਂ। ਮੈਂ ਇੱਕ ਵਾਰੀ ਰਾਉਰਕੇਲਾ ਗਿਆ, ਉੱਥੇ ਬਹੁਤ ਵੱਡਾ ਰਾਉਰਕੇਲਾ ਸਟੀਲ ਪਲਾਂਟ ਹੈ, ਕਈ ਹਜ਼ਾਰ ਲੋਕ ਕੰਮ ਕਰਦੇ ਨੇ, ਆਪਣੀ ਕਮਿਊਨਿਟੀ ਵੀ 8-10 ਉਹਨਾਂ ਗੁਰਦੁਆਰੇ ਬਣਾਏ ਹੋਏ ਨੇ। ਮੈਨੂੰ ਉਹਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ 'ਤੇ ਹੁਕਮ ਕੀਤਾ ਸੀ, ਤੇ ਇੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੇ ਰਾਉਰਕੇਲਾ ਦਾ ਜਿਹੜਾ ਰੇਲਵੇ ਸਟੇਸ਼ਨ ਹੈ ਤੇ ਸਿੰਘ ਸਭਾ ਗੁਰਦੁਆਰੇ ਦੀ ਕੰਧ ਸਾਂਝੀ ਹੈ। ਇੱਧਰ ਗੁਰਦੁਆਰਾ ਹੈ ਤੇ ਜਿਵੇਂ ਇਹ ਕੰਧ ਹੈ, ਇਸ ਕੰਧ ਦੇ ਉਸ ਪਾਸੇ ਰੇਲਵੇ ਸਟੇਸ਼ਨ ਹੈ। ਤਾਂ ਉੱਥੋਂ ਟ੍ਰੇਨਾਂ ਆ ਰਹੀਆਂ ਜਾ ਰਹੀਆਂ, ਤੋਂ ਲਿਖਿਆ ਹੋਇਆ ਪੁਰੀ। ਮੈਂ ਕਿਹਾ ਜੀ ਪੁਰੀ ਕਿਹੜੀ? ਉਹ ਕਹਿੰਦੇ ਉਹੀ ਪੁਰੀ ਜਿਹਨੂੰ ਜਗਨਨਾਥਪੁਰੀ ਕਹਿੰਦੇ ਹੋ, ਇੱਥੋਂ ਨੇੜੇ ਹੀ ਹੈ। ਉਹਦਾ ਨਾਮ ਸਿਰਫ ਪੁਰੀ ਹੈ, ਪੇਰੈਂਟਸ ਵਾਲਾ ਪੀ ਪਾ ਕੇ PURI ਪੁਰੀ। ਜਗਨਨਾਥ ਦਾ ਉੱਥੇ ਮੰਦਰ ਹੈ, ਇਸ ਵਾਸਤੇ ਜਗਨਨਾਥਪੁਰੀ ਇੰਜ ਪ੍ਰਚਲਿਤ ਹੋ ਗਿਆ, ਪਰ ਟ੍ਰੇਨਾਂ ਤੇ ਇਦਾਂ ਨਹੀਂ ਲਿਖਿਆ ਹੁੰਦਾ। ਉਹਨਾਂ ਦਾ ਆਫੀਸ਼ੀਅਲ ਕੰਮ ਵਿੱਚ ਵੀ ਉਹ ਜਗਨਨਾਥਪੁਰੀ ਨਹੀਂ ਲਿਖਦੇ, ਸਿਰਫ ਪੁਰੀ ਲਿਖਦੇ ਨੇ। ਉੜੀਸਾ ਦਾ ਪ੍ਰਸਿੱਧ ਨਗਰ ਹੈ ਔਰ ਬਿਲਕੁਲ ਸਮੁੰਦਰ ਦੇ ਕਿਨਾਰੇ ਤੇ ਹੈ। ਜਦੋਂ ਗੁਰੂ ਨਾਨਕ ਸਾਹਿਬ ਇੱਥੇ ਗਏ, ਕਿਉਂਕਿ ਬੜਾ ਪ੍ਰਸਿੱਧ, ਜਿਵੇਂ 5 ਤਖਤ ਨੇ ਸਿੱਖਾਂ ਦੇ, ਇਸ ਤਰ੍ਹਾਂ 7 ਪੁਰੀਆਂ ਨੇ ਸਨਾਤਨ ਮੱਤ ਦੀਆਂ, ਉਹਨਾਂ ਵਿੱਚੋਂ ਇੱਕ ਇਹ ਪੁਰੀ ਹੈ, ਜਗਨਨਾਥਪੁਰੀ। ਇਸ ਵਾਸਤੇ ਉੱਥੇ ਬੜੀ ਸੰਗਤ ਇਕੱਠੀ ਹੁੰਦੀ ਸੀ। ਮਹਾਰਾਜ ਗੁਰੂ ਨਾਨਕ ਸਾਹਿਬ ਲਾਹਾ ਲੈਣਾ ਚਾਹੁੰਦੇ ਸਨ ਵੀ ਇਹਨਾਂ ਦਾ ਮਾਰਗਦਰਸ਼ਨ ਕਰੀਏ। ਭੂਲੇ ਮਾਰਗ ਜਿਨ੍ਹਾਂ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਆਰਤੀ ਦਾ ਮਹਾਰਾਜ ਨੇ ਉੱਥੇ ਖੰਡਨ ਕੀਤਾ, ਜਿਹੜਾ ਰੋਜ਼ ਸ਼ਬਦ ਤੁਸੀਂ ਪੜ੍ਹਦੇ ਹੋ ਨਾ, ਸੁਣਦੇ ਹੋ, ਗਗਨ ਮੈਂ ਥਾਲ ਰਾਵਚੰਦ ਦੀਪਕ ਬਣੇ, ਇਹ ਸ਼ਬਦ ਮਹਾਰਾਜ ਨੇ ਉੱਥੇ ਉਚਾਰਨ ਕੀਤਾ ਸੀ। ਜਦੋਂ ਮਹਾਰਾਜ ਬਾਹਰ ਨਿਕਲੇ ਤੇ ਪਿਆਰਿਓ, ਉੱਥੇ ਇੱਕ ਧਾਰਮਿਕ ਵਿਅਕਤੀ ਬੈਠਾ, ਥੜਾ ਉਹਨੇ ਬਣਾਇਆ ਆ, ਉਹਦੇ ਉੱਤੇ ਚੜ੍ਹ ਕੇ ਬੈਠਾ, ਸੰਗਤ ਥੱਲੇ ਬੈਠੀ, ਇੱਦਾਂ ਪਾਤਰ ਰੱਖਿਆ ਮਾਇਆ ਦਾ, ਜਿਵੇਂ ਮੇਰੇ ਸਾਹਮਣੇ ਤੁਸੀਂ ਰੱਖਿਆ। ਤੋ ਉਹ ਯਥਾ ਸ਼ਕਤ ਉਹਦੇ ਵਿੱਚ ਪਾਈ ਜਾਣ। ਹੁਣ ਉਹ ਨੇਤਰ ਬੰਦ ਕਰ, ਹਜ਼ੂਰ ਗੁਰੂ ਨਾਨਕ ਸਾਹਿਬ ਮਰਦਾਨੇ ਨਾਲ ਅਡੋਲ ਜਾ ਕੇ ਬਿਨਾਂ ਸ਼ੋਰਗੁਲ ਦੇ ਪਿੱਛੇ ਬਹਿ ਗਏ। ਹੁਣ ਉਹਨੇ ਕੰਮ ਸ਼ੁਰੂ ਕੀਤਾ, ਨੇਤਰ ਬੰਦ ਕਰਕੇ, ਤੇ ਉਹ ਕਹਿਣ ਲੱਗਾ ਵੀ ਹੁਣ ਮੈਂ ਇਸ ਵੇਲੇ ਆਪਣੀ ਆਤਮਿਕ ਸ਼ਕਤੀ ਨਾਲ ਸ਼ਿਵਪੁਰੀ ਵਿੱਚ ਪਹੁੰਚ ਗਿਆ ਹਾਂ। ਤੋ ਤੁਹਾਡੇ ਵਿੱਚੋਂ ਜਿਹਨੇ ਸ਼ਿਵਪੁਰੀ ਦੇ ਦਰਸ਼ਨ ਕਰਨੇ ਨੇ, ਉਹ ਨੇਤਰ ਬੰਦ ਕਰੋ, ਮੈਂ ਤੁਹਾਨੂੰ ਸ਼ਿਵਪੁਰੀ ਲੈ ਜਾਵਾਂਗਾ। ਕਦੀ ਕਵੇ ਵੀ ਮੈਂ ਹੁਣ ਬ੍ਰਹਮਪੁਰੀ 'ਚ ਪਹੁੰਚ ਗਿਆ ਵਾਂ, ਨੇਤਰ ਬੰਦ ਕਰੋ, ਮੈਂ ਤੁਹਾਨੂੰ ਬ੍ਰਹਮਪੁਰੀ 'ਚ ਲੈ ਜਾਵਾਂਗਾ। ਇਹਨੇ ਹੁਣ ਸੰਗਤ ਨੂੰ ਆਖਿਆ ਵੀ ਨੇਤਰ ਬੰਦ ਕਰੋ, ਤੁਹਾਨੂੰ ਬ੍ਰਹਮਪੁਰੀ ਦੇ ਦਰਸ਼ਨ ਕੇ। ਸਾਰੀ ਸੰਗਤ ਨੇਤਰ ਬੰਦ ਕਰ ਲੈ। ਹੁਣ ਗੁਰੂ ਨਾਨਕ ਨੂੰ ਤੇ ਇਹਦੀ ਅਸਲੀਅਤ ਦਾ ਪਤਾ ਸੀ ਨਾ। ਮਹਾਰਾਜ ਨੇ ਇਸ਼ਾਰਾ ਕੀਤਾ ਮਰਦਾਨੇ ਨੂੰ, ਮਰਦਾਨਾ ਪਹਿਲਾਂ ਹੀ ਤਿਆਰ ਰਹਿੰਦਾ ਸੀ। ਅਡੋਲ ਉਹ ਜਿਹੜਾ ਮਾਇਆ ਵਾਲਾ ਭਾਂਡਾ ਸੀ ਨਾ, ਲੋਟਾ ਜਿਹਾ ਸੀ, ਉਹ ਚੁੱਕ ਕੇ ਭਾਈ ਸਾਹਿਬ ਨੇ ਪਿੱਛੇ ਰੱਖ ਦਿੱਤਾ। ਕਦੀ ਕਦੀ ਇਹ ਅੱਖਾਂ ਖੋਲ ਕੇ ਇੱਦਾਂ ਵੇਖ ਲੈਂਦਾ ਸੀ ਵੀ ਕਿੰਨੀ ਕੁ ਹੋ ਗਈ ਹੈ। ਜਦੋਂ ਵੇਖਿਆ ਵੀ ਸੰਗਤ ਨੇ ਤੇ ਅੱਖਾਂ ਮੀਟੀਆਂ ਨੇ, ਤੇ ਮੈਂ ਹੁਣ ਵੇਖ ਲਵਾਂ ਵੀ ਗੱਫਾ ਕਿੰਨਾ ਕੁ ਹੋ ਗਿਆ। ਤੋ ਗੱਫਾ ਕੀ ਹੋਣਾ ਸੀ, ਉਹ ਤੇ ਗੱਫੇ ਵਾਲਾ ਅੱਗੋਂ ਪਾਤਰ ਹੀ ਗਾਇਬ ਸੀ। ਹੁਣ ਖੂਨ ਪਾਣੀ ਬਣ ਗਿਆ, BP हाई हो गया। हमारा लौटा कहाँ है, लौटा किसने छुपाया है? हम साधु हैं, संत लोगों से मश्करी करना ठीक नहीं है, हम भस्म कर देंगे। सारी संगत के नेत्र खुल गए, कुसर पुसर शुरू हो गई। जिस वेले कुसर पुसर शुरू हो गई तो कोई कुछ जिन्ने मूँह उन्नियां गल्लां। संगत विच गुरु नानक साहब खड़े हो गए। ज्ञानी ध्यानी बहु उपदेशी ये जग सगलो धंधा। मैं इनू एक्सप्लेन कर रहा। लोगों को उपदेश करने,
ਗਿਆਨ ਝਾੜਨਾ, ਸਮਾਧੀਆਂ ਲਾਣੀਆਂ। ਕਬੀਰ ਸਾਹਿਬ ਕਹਿੰਦੇ ਇਹ ਵੀ ਧੰਦਾ ਬਣਿਆ ਹੋਇਆ। ਕਿਵੇਂ ਬਣਿਆ ਹੋਇਆ ਜਰਾ ਸੁਣਿਓ। ਮਹਾਰਾਜ ਗੁਰੂ ਨਾਨਕ ਸਾਹਿਬ ਖੜੇ ਹੋ ਗਏ, ਹੱਥ ਜੋੜੇ, ਸਾਧ ਸੰਗਤ ਜੀ ਸਾਰਿਆਂ ਨੇ ਪਿੱਛੇ ਪਰਤ ਕੇ ਵੇਖਿਆ, ਨਵਾਂ ਬੰਦਾ ਕੌਣ ਹੈ ਦੱਸੋ ਜੀ। ਆਖਣ ਲੱਗੇ ਜੀ ਇੱਕ ਬੇਨਤੀ ਹੈ, ਸੰਤ ਜੀ ਸਾਨੂੰ ਸ਼ਿਵਪੁਰੀ, ਬ੍ਰਹਮਪੁਰੀ, ਇੰਦਰਪੁਰੀ ਦੇ ਦਰਸ਼ਨ ਕਰਾ ਰਹੇ ਸਨ, ਸਵਰਗ ਦੇ ਦਰਸ਼ਨ ਕਰਾ ਰਹੇ ਸਨ, ਬੜਾ ਆਨੰਦ ਆ ਰਿਹਾ ਸੀ। ਕਿਸੇ ਨੇ ਸ਼ਰਾਰਤ ਕੀਤੀ ਹੈ ਤੇ ਸਾਰਾ ਕੰਮ ਖਰਾਬ ਹੋ ਗਿਆ। ਮੇਰਾ ਇੱਕ ਸੁਝਾਅ ਹੈ। ਆਖਣ ਲੱਗੇ ਕੀ ਸੁਝਾਅ ਹੈ ਤੇਰਾ? ਗੁਰੂ ਨਾਨਕ ਕਹਿਣ ਲੱਗਾ ਮੇਰਾ ਸੁਝਾਅ ਹੈ, ਸਾਡੇ ਬਾਬਾ ਜੀ ਨੂੰ ਤੇ ਤ੍ਰੈਲੋਕੀ ਦਾ ਗਿਆਨ ਹੈ ਤੇ ਆਪਾਂ ਵਕਤ ਜ਼ਾਇਆ ਨਾ ਕਰੀਏ, ਬਾਬਾ ਜੀ ਨੂੰ ਬੇਨਤੀ ਕਰੀਏ ਵੀ ਤੁਸੀਂ ਦੱਸੋ ਤੁਹਾਡਾ ਲੋਟਾ ਕਿੱਥੇ ਹੈ, ਲੋਟਾ ਅੱਗੇ ਰੱਖੀਏ, ਇਹਨਾਂ ਦਾ ਬੀਪੀ ਨਾਰਮਲ ਹੋਵੇ। ਸਾਰਿਆਂ ਆਖਿਆ ਵੀ ਸੁਝਾਅ ਬੜਾ ਚੰਗਾ ਹੈ, ਬਾਬਾ ਜੀ ਤੁਸੀਂ ਦੱਸੋ ਲੋਟਾ ਕਿੰਨੇ ਲਕਾਇਆ ਤੇ ਰੱਖਿਆ ਕਿੱਥੇ ਹੈ। ਹੁਣ ਬਾਬੇ ਨੇ ਵੇਖ ਲਿਆ ਵੀ ਪੰਜਾਬੀ ਸੰਤ ਖਲੋਤਾ ਇਹਦੇ ਸਾਹਮਣੇ ਪੇਸ਼ ਨਹੀਂ ਜਾਣੀ। ਆਖਣ ਲੱਗਾ ਬਾਬਾ ਜੀ ਗੱਲ ਇਹ ਆ, ਮੈਨੂੰ ਕੋਈ ਸ਼ਿਵਪੁਰੀ, ਬ੍ਰਹਮਪੁਰੀ, ਇੰਦਰਪੁਰੀ, ਸਵਰਗ ਦੇ ਦਰਸ਼ਨ ਨਹੀਂ ਹੁੰਦੇ, ਇਹ ਤੇ ਭੋਲੇ ਲੋਕ ਨੇ। ਮੇਰਾ ਤੋਰੀ ਫੁਲਕਾ ਚੰਗਾ ਚੱਲ ਰਿਹਾ ਸੀ ਔਰ ਇਹ ਚੱਲਦਾ ਰਹਿਣਾ ਸੀ ਜੇ ਤੁਸੀਂ ਤੁਰਦੇ ਤੁਰਦੇ ਇੱਧਰ ਨਾ ਆਉਂਦੇ ਤੇ। ਮੈਨੂੰ ਲੋਟੇ ਲੂਟੇ ਦਾ ਕੋਈ ਨਹੀਂ ਪਤਾ। ਮਹਾਰਾਜ ਕਹਿਣ ਲੱਗੇ ਪਖੰਡੀ ਹੈ। ਸ਼ਰਮਿੰਦਾ ਜਿਹਾ ਹੋ ਕੇ ਆਖਣ ਲੱਗਾ ਮਹਾਰਾਜ ਪਖੰਡੀ ਹੈ। ਮਹਾਰਾਜ ਕਹਿਣ ਲੱਗੇ ਫਿਰ ਥੱਲੇ ਉਤਰ, ਥੜੇ ਤੋਂ ਥੱਲੇ ਤਾਰ ਲਿਆ। ਮਰਦਾਨੇ ਨੂੰ ਕਹਿਣ ਲੱਗੇ ਚੱਲ ਮਰਦਾਨਿਆਂ ਚੜ੍ਹ ਉੱਤੇ। ਉੱਤੇ ਚੜ੍ਹ ਗਿਆ, ਰਬਾਬ ਖੋਲ, ਬਾਣੀ ਆਈਏ। ਹਜ਼ੂਰ ਨੇ ਉੱਥੇ ਸ਼ਬਦ ਗਾਇਨ ਕੀਤਾ, ਸਾਰਿਆਂ ਨੇ ਸਮਾਧੀਆਂ ਲਾ ਕੇ ਸੁਣਿਆ। ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਟੱਬ, ਥਾਂ ਨਸ਼ਟ ਜਗ ਭ੍ਰਿਸ਼ਟ ਹੋਏ, ਡੂਬਤਾ ਇਵ ਜਗ, ਕਲ ਮੈਂ ਰਾਮ ਨਾਮ ਸਾਰ, ਅੱਖੀਂ ਤਾਂ ਮੀਟੈ ਨਾਕ ਪਕੜੈ, ਠੱਗਣ ਕੋ ਸੰਸਾਰ। ਭਈ ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਟੱਬ, ਥਾਂ ਨਸ਼ਟ, ਧਰਮ ਸਥਾਨ ਭ੍ਰਿਸ਼ਟ ਹੋ ਗਏ ਨੇ। ਇਸ ਤਰ੍ਹਾਂ ਦੇ ਪਖੰਡੀ ਬੰਦਿਆਂ ਨੇ ਧਰਮ ਸਥਾਨਾਂ ਨੂੰ ਵੀ ਬਦਨਾਮ ਕਰ ਛੱਡਿਆ। ਡੂਬਤਾ ਇਵ ਜਗ, ਕਲ ਮੈਂ ਰਾਮ ਨਾਮ ਸਾਰ, ਅੱਖੀਂ ਤਾਂ ਮੀਟੈ ਨਾਕ ਪਕੜੈ, ਠੱਗਣ ਕੋ ਸੰਸਾਰ। ਮਹਾਰਾਜ ਨੇ ਇਹ ਵੀ ਉਹਨੂੰ ਆਖਿਆ ਵੀ ਆਂਟ ਸੇਤੀ ਨਾਕ ਪਕੜੈ, ਸੂਝ ਤੇ ਤਿੰਨ ਲੋ, ਮਗਰ ਪਾਛੈ ਕਛ ਨਾ ਸੂਝੈ ਪਦਮਾ ਲੋ। ਤੂੰ ਇਸ ਤਰ੍ਹਾਂ ਹੱਥ ਘੁਮਾ ਕੇ ਨੱਕ ਨੂੰ ਪਕੜਨਾ ਹੈ, ਕਹਿੰਦਾ ਮੈਨੂੰ ਤਰਲੋਕੀ ਦੇ ਦਰਸ਼ਨ ਹੋ ਰਹੇ ਨੇ, ਤੇ ਪਖੰਡੀਆ ਤੇਰੇ ਪਿੱਛੇ ਪਿਆ ਹੋਇਆ ਮਾਇਆ ਦਾ ਲੋਟਾ ਤੈਨੂੰ ਨਹੀਂ ਦਿਸਦਾ। ਜਦੋਂ ਤੈਨੂੰ ਉਹ ਨਹੀਂ ਦਿਸਦਾ ਤੇ ਤੈਨੂੰ ਤਰਲੋਕੀ ਕੀ ਦਿਸਦੀ ਹੋਵੇਗੀ? ਨਹੀਂ ਦਿਸਦੀ। ਬਹੁਤ ਸਾਰੇ ਗਿਆਨੀ ਮੇਰੇ ਵਰਗੇ, ਬਹੁਤ ਸਾਰੇ ਸਮਾਧੀਆਂ ਲਾਉਣ ਦਾ ਪਖੰਡ ਕਰਨ ਵਾਲੇ ਔਰ ਦੂਜਿਆਂ ਨੂੰ ਉਪਦੇਸ਼ ਦੇਣ ਵਾਲਿਆਂ ਨੇ ਪ੍ਰੋਫੈਸ਼ਨ ਹੀ ਬਣਾਇਆ ਹੋਇਆ, ਧੰਦਾ ਹੀ ਬਣਾਇਆ ਹੋਇਆ। ਧਰਮ ਦੀ ਕਣੀ ਅੰਦਰ ਕੋਈ ਨਹੀਂ। ਕਬੀਰ ਸਾਹਿਬ ਕਹਿ ਰਹੇ ਨੇ, ਮੈਂ ਨਹੀਂ ਕਹਿ ਰਿਹਾ। ਗਿਆਨੀ ਧਿਆਨੀ ਬਹੁ ਉਪਦੇਸੀ, ਇਹ ਜਗ ਸਗਲੋ ਧੰਦਾ। ਇਹ ਜਗਤ ਨੂੰ ਧੰਦਾ ਬਣਾਇਆ ਹੋਇਆ। ਗਿਆਨ ਝਾੜਨਾ ਧੰਦਾ ਬਣ ਗਿਆ। ਸਮਾਧੀਆਂ ਲਾ ਲਾ ਕੇ ਵਿਖਾਣੀਆਂ, ਪ੍ਰਭਾਵਿਤ ਕਰਨਾ, ਇਹ ਵੀ ਧੰਦਾ ਬਣ ਗਿਆ। ਔਰ ਉਪਦੇਸ਼ ਕਰਨੇ ਇੱਕ ਧੰਦਾ ਹੈ। ਵੀ ਕਿਸੇ ਪਾਸਿਓਂ ਤੁੱਕਾ ਨਹੀਂ ਲੱਗਦਾ ਤੇ ਕਿਸੇ ਮਿਸ਼ਨਰੀ ਕਾਲਜ ਘੱਲ ਦਿਓ ਬੱਚੇ ਨੂੰ। ਉੱਥੇ ਕੀ ਹੁੰਦਾ ਜੀ, ਉਹ ਜੀ ਸਿਖਾ ਦਿੰਦੇ ਨੇ ਜੀ, ਸਰਟੀਫਿਕੇਟ ਵੀ ਦੇ ਦਿੰਦੇ ਨੇ। ਜੇ ਕੋਈ ਰਿਸ਼ਤੇਦਾਰ ਬਾਹਰ ਹੈ ਉੱਥੋਂ ਸਪਾਂਸਰ ਮੰਗਾ ਲਓ, ਵੀਜ਼ਾ ਬੜਾ ਈਜ਼ੀ ਲੱਗ ਜਾਂਦਾ ਜੇ, ਖਰਚਾ ਵੀ ਕੋਈ ਨਹੀਂ ਹੁੰਦਾ, 20-25 ਲੱਖ ਲਾਉਣ ਦੀ ਕੋਈ ਨਹੀਂ ਲੋੜ। ਉੱਥੇ ਜਾ ਕੇ ਭਾਵੇਂ ਨਾ ਕਥਾ ਕਰੇ, ਟਰੱਕ ਹੀ ਚਲਾ ਲੈ, ਇਹ ਵੀ ਧੰਦਾ ਬਣ ਗਿਆ। ਅਬਰੋਡ ਜਾਣ ਦਾ ਬੜਾ ਸੌਖਾ ਤਰੀਕਾ ਹੈ, ਆਈਲੈਟਸ ਕਰਨ ਦੀ ਵੀ ਲੋੜ ਕੋਈ ਨਹੀਂ ਗੀ। ਫਿਰ ਇੱਕ ਦੇਸ਼ ਨਹੀਂ, ਦੇਸ਼ ਦੇਸ਼ ਦੀ ਸੈਰ ਕਰੋ, ਹੂੰਟੇ ਲਓ ਜਹਾਜ਼ਾਂ ਤੇ, ਨਾਲੇ ਡਾਲਰ ਇਕੱਠੇ ਕਰੋ, ਮੌਜਾਂ ਹੀ ਮੌਜਾਂ। ਇਹ ਵੀ ਧੰਦਾ ਬਣ ਗਿਆ। ਸਮਾਧੀਆਂ ਲਾਣੀਆਂ ਵੀ ਧੰਦਾ ਬਣ ਗਿਆ। ਦੂਜਿਆਂ ਨੂੰ ਉਪਦੇਸ਼ ਕਰਨਾ ਵੀ ਧੰਦਾ ਬਣ ਗਿਆ। ਲੋੜਾਂ ਨੇ ਉਹ ਪੂਰੀਆਂ ਪ੍ਰਚਾਰਕ ਦੀਆਂ ਵੀ ਹੋਣੀਆਂ ਚਾਹੀਦੀਆਂ ਨੇ, ਪਰ ਪ੍ਰਯੋਜਨ ਜਾਗੀਰਾਂ ਬਣਾਉਣ ਦਾ ਨਾ ਹੋਵੇ। ਲੋੜਾਂ ਤੇ ਪੂਰੀਆਂ ਕਰਨੀਆਂ ਨੇ। ਉਹ ਤੇ ਮੈਂ ਕਈ ਵਾਰ ਮਹਿਸੂਸ ਕਰਨਾ ਵੀ ਆਮ ਲੋਕੀ ਸਮਝਦੇ ਵੀ ਪ੍ਰਚਾਰਕ ਦੀਆਂ, ਰਾਗੀ ਦੀਆਂ ਲੋੜਾਂ ਥੋੜ੍ਹੀਆਂ ਨੇ, ਉਹਦੀਆਂ ਲੋੜਾਂ ਜ਼ਿਆਦੀਆਂ ਹੁੰਦੀਆਂ ਜੀ। ਅੱਜ ਜਿੱਥੋਂ ਮਰਜ਼ੀ ਜਾਂਦੇ ਜਾਂਦੇ ਮਾਲ 'ਚੋਂ ਜੀਨ ਦੀ ਪੈਂਟ ਲੈ ਲਓ, ਇੱਕ ਟੀ-ਸ਼ਰਟ ਲੈ ਲਓ, ਬਣੀ ਬਣਾਈ ਬੜੀ ਈਜ਼ੀਲੀ, ਬੜੀ ਚੀਪ ਜੀ ਮਿਲ ਜਾਂਦੀ ਹੈ। ਔਰ ਜਿੰਨੇ ਦੇ ਤੁਸੀਂ ਲੈ ਲੈਂਦੇ ਹੋ ਨਾ, ਗੁੱਸਾ ਨਾ ਕਰਿਓ, ਇਹ ਰਵਾਇਤੀ ਕੱਪੜੇ ਉਹਨੇ ਦੇ ਤੇ ਉਹ ਸਿਉਣ ਵਾਲਾ ਕਹਿੰਦਾ ਵੀ ਇੰਨੇ ਪੈਸੇ ਤੇ ਮੈਂ ਲਵਾਂਗਾ, ਜਿਨ੍ਹਾਂ ਨੂੰ ਢੰਗ ਨਾਲ ਸਿਉਣਾ ਹੁੰਦਾ। ਮੈਲੇ ਬੜੀ ਛੇਤੀ ਹੁੰਦੇ ਨੇ। ਪ੍ਰੈਸ ਕਰਨ ਵਾਲਾ ਕਹਿੰਦਾ ਵੀ ਨਾ ਬਈ ਇਹ ਤੇ 10 ਰੁਪਈਆਂ 'ਚ ਨਹੀਂ ਹੋਣੇ, 30 ਰੁਪਈਏ ਲਵਾਂਗਾ। ਕਿਉਂ ਜੀ? ਉਹ ਕਹਿੰਦਾ ਜੀ ਇੰਨੇ ਚਿਰ ਤੇ 3 ਡਰੈਸਾਂ ਪ੍ਰੈਸ ਕਰ ਲਈਆਂ ਨੇ ਜਿੰਨੇ ਚਿਰ ਤੁਹਾਡਾ ਇੱਕ ਕਰੀਦਾ।
30 ਰੁਪਈਏ ਲਵਾਂਗਾ, ਕਰਾਣੇ ਨੇ ਤੇ ਕਰਾਓ, ਨਹੀਂ ਤੇ ਨਹੀਂ ਕਰਾਂਗਾ। ਕੋਈ ਗੱਲ ਨਹੀਂ ਬਈ 30 ਲੈ ਲਈ, ਕਰ ਦੇ। ਤੋ ਭਾਵੇਂ ਕੋਈ ਬਾਹਰ ਗਿਆ ਹੈ, ਭਾਵੇਂ ਨਹੀਂ, ਟਰੈਂਡ ਬਣ ਗਿਆ ਵੀ ਇਹ ਬਾਹਰ ਜਾਂਦੇ ਨੇ, ਕਿਸੇ ਦੁਕਾਨ ਤੇ ਜਾਓ, ਉਹ ਕਹਿੰਦਾ ਇਹਨਾਂ ਕੋਲ ਤੇ ਡਾਲਰ ਹੁੰਦੇ ਨੇ, ਚਲੋ ਛਿੱਲ ਲਓ ਚੰਗੀ ਤਰ੍ਹਾਂ ਇਹਨੂੰ। ਇਹ ਮੈਂ ਖੁਦ ਮਹਿਸੂਸ ਕੀਤਾ। ਤੋ ਖਰਚੇ ਹੈਗੇ ਨੇ, ਆਮ ਲੋਕਾਂ ਨਾਲੋਂ ਜ਼ਿਆਦਾ ਨੇ, ਇਹ ਵੀ ਯਕੀਨ ਕਰਿਓ ਤੁਸੀਂ, ਜ਼ਿਆਦਾ ਨੇ। ਪਰ ਇਹ ਧੰਦਾ ਨਾ ਬਣ ਜਾਏ, ਇਹ ਰਿਕੁਆਇਰਮੈਂਟ ਤੱਕ ਸੀਮਤ ਰਵੇ, ਇਹਨੂੰ ਸੇਵਾ ਸਮਝ ਕੇ ਕਰੇ। ਜਾਗੀਰ ਬਣਾਣੀ ਹੈ ਤੇ ਕੋਈ ਹੋਰ ਕਿੱਤਾ ਅਪਣਾ ਲਵੇ। ਗਿਆਨੀ ਧਿਆਨੀ ਬਹੁ ਉਪਦੇਸੀ, ਇਹ ਜਗ ਸਗਲੋ ਧੰਦਾ। ਭਾਈ ਗਿਆਨੀਆਂ ਨੇ ਵੀ ਆਪਣਾ ਧੰਦਾ ਬਣਾਇਆ ਹੋਇਆ ਹੈ, ਕਬੀਰ ਸਾਹਿਬ ਕਹਿ ਰਹੇ ਨੇ। ਸਮਾਧੀਆਂ ਲਾਉਣ ਵਾਲਿਆਂ ਨੇ ਵੀ ਧੰਦਾ ਬਣਾਇਆ ਹੋਇਆ ਹੈ, ਤੇ ਦੂਜਿਆਂ ਨੂੰ ਉਪਦੇਸ਼ ਕਰਨ ਵਾਲਿਆਂ ਨੇ ਵੀ ਇਸ ਕੰਮ ਨੂੰ ਧੰਦਾ ਬਣਾਇਆ। ਬਣਾਉਣਾ ਤੇ ਧਰਮ ਨੂੰ, ਅਸੀਂ ਤੇ ਧੰਦੇ ਨੂੰ ਵੀ ਧਰਮ ਬਣਾਉਣਾ ਸੀ, ਪਰ ਇਹਨਾਂ ਨੇ ਤੇ ਧਰਮ ਨੂੰ ਹੀ ਧੰਦਾ ਬਣਾ ਕੇ ਰੱਖ ਦਿੱਤਾ। ਕਬੀਰ ਸਾਹਿਬ ਇੱਦਾਂ ਕਹਿ ਰਹੇ ਨੇ, ਮੈਂ ਨਹੀਂ ਕਹਿੰਦਾ। ਅਖੀਰ ਵਿੱਚ ਕੀ ਕਹਿੰਦੇ ਨੇ? ਕਹਿ ਕਬੀਰ ਇੱਕ ਰਾਮ ਨਾਮ ਬਿਨ, ਇਹ ਜਗ ਮਾਇਆ ਅੰਧਾ। ਲੋਕ ਪਰਮਾਤਮਾ ਦੇ ਨਾਮ ਨੂੰ ਵਿਸਾਰ ਕੇ ਮਾਇਆ ਵਿੱਚ ਅੰਨੇ ਹੋਏ ਪਏ ਨੇ। ਮਾਇਆ ਧਾਰੀ ਅੱਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬਹੁ ਰੋਲ ਕਚੋਲਾ। ਕੀ ਉਹਨੂੰ ਸੁਣਦਾ ਨਹੀਂ? ਜਿਹਦੇ ਕੋਲ ਪੈਸੇ ਨੇ ਸੁਣਦਾ, ਪਰ ਉਹਦੀ ਗੱਲ ਸੁਣੇਗਾ ਜਿੱਥੋਂ ਕੁਛ ਆਉਂਦਾ ਹੋਵੇ, ਜਿੱਥੇ ਕੁਛ ਦੇਣ ਵਾਲੀ ਗੱਲ ਹੋਵੇ, ਸੁਣਾ ਅਣਸੁਣਿਆ ਕਰ ਛੱਡੇਗਾ। ਇਹਨੂੰ ਕਹਿੰਦੇ ਨੇ ਅੰਨਾ ਬੋਲ। ਸੁਣਦਾ ਉਹਨੂੰ ਵੀ ਹੈ, ਦਿਸਦਾ ਉਹਨੂੰ ਵੀ ਹੈ, ਮਤਲਬ ਦੀ ਚੀਜ਼ ਦੇਖਦਾ, ਮਤਲਬ ਦੀ ਚੀਜ਼ ਸੁਣਦਾ, ਦੂਜੀ ਨੂੰ ਨਜ਼ਰਅੰਦਾਜ਼, ਇਗਨੋਰ ਕਰ ਦਿੰਦਾ। ਤੋ ਅੱਜ ਕਬੀਰ ਸਾਹਿਬ ਨੇ ਕਰਮਕਾਂਡ ਛੱਡ ਕੇ, ਪਾਖੰਡ ਛੱਡ ਕੇ, ਵਾਹਿਗੁਰੂ ਦੇ ਨਾਮ ਵਿੱਚ ਸੁਰਤ ਜੋੜਨ ਦੀ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਕੀਤੀ ਹੈ। ਸਤਿਗੁਰੂ ਕਿਰਪਾ ਕਰਨ। ਸੋ ਇੰਨੀਆਂ ਬੇਨਤੀਆਂ ਸਾਧ ਸੰਗਤ ਪ੍ਰਵਾਨ ਕਰਨੀਆਂ, ਬੇਨਤੀਆਂ ਵਿਚਾਰਾਂ ਕਰ